ਦੋਸਤੋ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਹੀ ਨਿੱਘੀ ਜੀ ਆਇਆਂ। ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਸ਼ਹਿਰ ਤੋਂ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਗਾਹੇ ਬਗਾਹੇ ਅਸੀਂ ਆਪਣੇ ਵਤਨਾਂ ਤੋਂ ਆਏ ਹੋਏ ਸਿੰਗਰਜ਼, ਸਾਹਿਤਕਾਰ, ਮਿਊਜ਼ਿਕ ਡਾਇਰੈਕਟਰਜ਼ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨਾਲ ਆਪ ਦੀ ਜਾਣ ਪਹਿਚਾਣ ਕਰਾਉਂਦੇ ਰਹਿੰਦੇ ਹਾਂ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਦਰਮਿਆਨ ਹਾਜ਼ਰ ਨੇ ਨਿਰਮਲ ਸਿੱਧੂ ਹੁਣੀ। ਨਿਰਮਲ ਸਿੱਧੂ ਜੀ ਬਾਰੇ ਤੁਸੀਂ ਬੇਸ਼ੱਕ ਭਲੀ ਭਾਂਤ ਜਾਣਦੇ ਹੋਵੋਗੇ, ਪਰ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਿੱਧੂ ਸਾਹਿਬ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਆਪਣੇ ਇੰਨੇ ਮਹਾਨ ਟੀਵੀ ਦੇ ਉੱਤੇ ਲੋਕਾਂ ਨਾਲ ਮੇਰੀ ਸਾਂਝ ਪਾਉਣ ਲਈ ਤੁਹਾਡਾ ਵੀ ਬਹੁਤ ਧੰਨਵਾਦ ਤੇ ਵਤਨ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ ਪਿੰਡ ਟਹਿਣਾ ਤੋਂ ਫਰੀਦਕੋਟ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ ਤੁਸੀਂ। ਆਪਣੇ ਬਚਪਨ ਤੋਂ ਜੇ ਸ਼ੁਰੂ ਕਰੀਏ ਤਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ, ਬਚਪਨ ਤੋਂ ਲੈ ਕੇ ਥੋੜ੍ਹੀਆਂ ਜਿਹੀਆਂ ਯਾਦਾਂ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਸਿੰਗਿੰਗ ਦਾ ਸਫ਼ਰ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। ਸੰਗੀਤ ਜਿਹੜਾ ਹੈ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ, ਦੱਸਣਾ ਚਾਹੂੰਗਾ ਬਈ ਸੰਗੀਤ ਸਿੱਖਿਆ ਨਹੀਂ ਜਾ ਸਕਦਾ ਜਾਂ ਸਿਖਾਇਆ ਨਹੀਂ ਜਾ ਸਕਦਾ। ਤੁਸੀਂ ਵਕੀਲ ਬਣਾ ਸਕਦੇ ਹੋ ਕਿਉਂਕਿ ਇੱਕ ਲਿਮਟਿਡ ਮਤਲਬ ਐਜੂਕੇਸ਼ਨ ਹੁੰਦੀ ਹੈ, ਉਹਨੂੰ ਜਦੋਂ ਪਾਸ ਕਰ ਲਓਗੇ ਤਾਂ ਤੁਸੀਂ ਬਣ ਜਾਓਗੇ। ਤੁਸੀਂ ਇੰਜੀਨੀਅਰ ਵੀ ਬਣਾ ਸਕਦੇ ਹੋ, ਇੱਕ ਲਿਮਟਿਡ ਐਜੂਕੇਸ਼ਨ ਹੁੰਦੀ ਹੈ, ਇੱਕ ਜਿਹੜਾ ਬੰਦਾ ਉਹਨੂੰ ਕਵਰ ਕਰ ਲੈਂਦਾ ਸੋ ਬਣ ਜਾਂਦਾ। ਪਰ ਜਿਹੜਾ ਇੱਕ ਕਲਾਕਾਰ ਬਣਨਾ ਹੈ, ਕਲਾਕਾਰ ਫ੍ਰੀਕੁਐਂਸੀਜ਼ ਦੀ ਗੇਮ ਹੈ। ਫ੍ਰੀਕੁਐਂਸੀਜ਼ ਕੋਈ ਨਜ਼ਰ ਨਹੀਂ ਆਉਂਦੀਆਂ, ਜਿਹੜੇ ਸੁਰ ਹੁੰਦੇ ਹੈ ਸੁਰ ਨਜ਼ਰ ਨਹੀਂ ਆਉਂਦੇ। ਸੁਰਾਂ ਦੇ ਵਿੱਚ ਸ਼ਰੁਤੀਆਂ ਹੁੰਦੀਆਂ, ਕੋਮਲ ਤੀਵਰ ਸੁਰ ਹੁੰਦੇ ਹੈ। ਉਹ ਨਾ ਕੋਈ ਉਹਨਾਂ ਦੀ ਕਹਿ ਲਈਏ ਆਪਾਂ ਕੋਈ ਭਾਸ਼ਾ ਬਣੀ ਹੈ ਜਿਹਦੇ ਰਾਹੀਂ ਤੁਸੀਂ ਉਹਨੂੰ ਸਿਖਾ ਦਿਓ। ਸਿਰਫ ਸਾਰੇ ਗਾਮਾ ਪਾਦਾ ਨਹੀਂ ਸਹੀ ਸਿਖਾ ਸਕਦੇ ਹੋ ਤੁਸੀਂ, ਅਤੇ ਉਹਦੇ ਵਿਚਲੇ ਜਿਹੜੇ ਸੁਰ ਆ ਉਹ ਤੁਸੀਂ ਖੁਦ ਲੱਭਣੇ ਹੈ। ਸੋ ਉਹ ਉਦੋਂ ਹੀ ਮਤਲਬ ਸਹੀ ਹੋ ਸਕਦਾ ਜਦੋਂ ਤੁਹਾਨੂੰ ਪ੍ਰਮਾਤਮਾ ਨੇ ਗੋਡ ਗਿਫਟ ਦਿੱਤਾ ਹੋਵੇ ਸੰਗੀਤ। ਅਤੇ ਮੈਂ ਇੱਕ ਮਤਲਬ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਪੈਦਾ ਹੋਇਆ ਜਿਹੜੇ ਖੇਤੀਬਾੜੀ ਕਰਦੇ ਸੀਗੇ, ਅਤੇ ਮੈਨੂੰ ਚੇਟਕ ਜਿਹੜੀ ਲੱਗੀ ਉਹ ਮੈਨੂੰ ਸਾਡੇ ਮਤਲਬ ਘਰ ਦੇ ਨਾਲ ਗੁਰਦੁਆਰਾ ਸਾਹਿਬ ਸੀ। ਅਤੇ ਉਸ ਵਕਤ ਜਦੋਂ ਮੈਂ ਜਨਮ ਲਿਆ ਤਾਂ ਉਦੋਂ ਤਾਂ ਮਤਲਬ ਆਪਾਂ ਜੇ ਕਹਿ ਦਈਏ ਵੀ ਰੇਡੀਓ, TV, ਫੋਨ ਕੁਛ ਵੀ ਨਹੀਂ ਹੁੰਦਾ ਸੀਗਾ। ਗੁਰਦੁਆਰੇ ਦੇ ਵਿੱਚ ਇੱਕ ਅਨਾਊਂਸ ਹੁੰਦੀ ਸੀ ਜਿਸ ਤੋਂ ਹਰ ਚੀਜ਼ ਦੇ ਬਾਰੇ ਪਤਾ ਲੱਗਦਾ ਸੀ। ਟਾਵੇਂ ਕਿਸੇ ਦੇ ਘਰ ਦੇ ਵਿੱਚ ਜਿਹੜੇ ਲੰਬੜਦਾਰ ਸਰਪੰਚ ਹੁੰਦੇ ਸੀਗੇ ਉਹਨਾਂ ਦੇ ਕੋਲ ਰੇਡੀਓ ਹੁੰਦਾ ਸੀਗਾ, TV ਤਾਂ ਸ਼ਾਇਦ ਹੁੰਦਾ ਹੀ ਨਹੀਂ ਸੀ ਉਦੋਂ। ਸੋ ਮੈਨੂੰ ਗੁਰਦੁਆਰਾ ਸਾਹਿਬ ਤੋਂ ਚੇਟਕ ਲੱਗੀ ਹੈ, ਇੱਕ ਮਾਈਕਰੋਫੋਨ ਤੋਂ ਚੇਟਕ ਲੱਗੀ ਹੈ। ਫਿਰ ਉੱਥੇ ਮੈਂ ਪਾਠ ਕਰਨਾ ਸ਼ੁਰੂ ਕਰ ਲਿਆ। ਫਿਰ ਮੈਂ ਪਾਠੀ ਬਣ ਗਿਆ ਅਤੇ ਲੋਕ ਮੈਨੂੰ ਪਸੰਦ ਕਰਦੇ ਸੀਗੇ। ਅਤੇ ਮੈਂ ਮਤਲਬ 12-14 ਸਾਲ ਦੀ ਉਮਰ ਦੇ ਵਿੱਚ ਹੀ ਮੈਨੂੰ ਯਾਦ ਹੈ ਵੀ ਮੈਂ ਚੇਨਈ ਤੱਕ, ਕਾਨਪੁਰ ਤੱਕ, ਬੰਬੇ ਤੱਕ, ਰਾਜਸਥਾਨ, ਹਿਮਾਚਲ ਤੱਕ ਮਤਲਬ ਲੋਕ ਮੈਨੂੰ ਪਾਠ ਕਰਨ ਵਾਸਤੇ ਲੈ ਕੇ ਜਾਂਦੇ ਸੀਗੇ। ਉਸ ਸਮੇਂ ਦੌਰਾਨ ਹੀ ਮੈਨੂੰ ਇੱਕ ਇਨਸਾਨ ਮਿਲੇ ਜਿਨ੍ਹਾਂ ਦਾ ਨਾਮ ਸੀ ਮਾਸਟਰ ਕ੍ਰਿਸ਼ਨ ਸ਼ਾਂਤ ਜੀ ਅਤੇ ਮਾਸਟਰ ਨਗਿੰਦਰ ਸਿੰਘ ਚਾਹਲ। ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ 'ਚ ਟੈਲੈਂਟ ਬਹੁਤ ਹੈ, ਪਰ ਜਿਸ ਲਾਈਨ 'ਚ ਤੂੰ ਜਾ ਰਿਹਾ ਹੈ ਇਸ ਲਾਈਨ ਦੇ ਵਿੱਚ ਸ਼ਾਇਦ ਉਹਨਾਂ ਵਿਕਾਸ ਨਹੀਂ ਹੋਣਾ ਅਤੇ ਤੈਨੂੰ ਇੰਸਟਰੂਮੈਂਟ ਮਿਊਜ਼ਿਕ ਸਿੱਖਣਾ ਚਾਹੀਦਾ ਹੈ। ਸੋ ਮੈਂ ਢੋਲਕ ਸਿੱਖਣ ਲੱਗ ਪਿਆ, ਫਿਰ ਮੈਂ ਹਾਰਮੋਨੀਅਮ ਸਿੱਖਣ ਲੱਗ ਪਿਆ। ਜਦੋਂ ਮੈਂ ਹਾਰਮੋਨੀਅਮ ਸਿੱਖਿਆ ਅਤੇ ਨੈਚੁਰਲ ਗੱਲ ਹੈ ਵੀ ਫਿਰ ਮੇਰਾ ਰੁਚੀ ਧਾਰਮਿਕ ਸੀਗੀ, ਸੋ ਫਿਰ ਮੈਂ ਕੀਰਤਨ ਵਾਲੇ ਪਾਸੇ ਆ ਗਿਆ। ਸੋ ਫਿਰ ਮੈਂ ਕੀਰਤਨ ਵੀ ਕੀਤਾ। ਔਰ ਮਾਣ ਦੀ ਗੱਲ ਹੈ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਵੀ ਮੈਨੂੰ ਕਾਫੀ ਦਿਨ, ਤਕਰੀਬਨ 15 ਦਿਨ ਉਹਨਾਂ ਦੇ ਨਾਲ ਵੀ ਰਹਿ ਕੇ ਮੈਨੂੰ ਕੀਰਤਨ ਕਰਨ ਦਾ ਮਾਣ ਪ੍ਰਾਪਤ ਹੋਇਆ। ਇਵਨ ਹੇਮਕੁੰਡ ਸਾਹਿਬ ਦੇ ਵਿੱਚ ਵੀ ਕੀਰਤਨ ਕਰਨ ਦਾ ਮਾਣ ਹਾਸਲ ਹੋਇਆ। ਮੇਰੇ 'ਚ ਟਿਕਾ ਨਹੀਂ ਹੈਗਾ ਅਜੇ ਵੀ, ਮਤਲਬ ਮੈਂ ਕੁਛ ਵੀ ਕਰਦਾ ਤਾਂ ਫਿਰ ਮੈਂ ਉਹ ਕਰ ਰਿਹਾ ਉਹਨਾਂ, ਲੇਕਿਨ ਉਸ ਤੋਂ ਅੱਗੇ ਵੀ ਸੋਚਦਾ ਵੀ ਹੋਰ ਕੀ ਕਰ ਸਕਦਾ। ਫਿਰ ਮੈਨੂੰ ਢਾਡੀ ਰਾਗ ਬੜਾ ਚੰਗਾ ਲੱਗਣ ਲੱਗ ਪਿਆ ਕਿਉਂਕਿ ਮੇਰੀ ਜਿਹੜੀ ਟੋਨ ਹੈ ਉਹ ਹਾਈ ਪਿਚ 'ਤੇ ਲੋਕਾਂ ਨੇ ਜ਼ਿਆਦਾ ਪ੍ਰਵਾਨ ਕੀਤੀ ਹੈ। ਸੋ ਉਹ ਚੀਜ਼ ਮੈਨੂੰ ਮਜਬੂਰ ਕਰ ਰਹੀ ਸੀਗੀ ਕਿ ਮੈਂ ਹਾਈ ਪਿਚ 'ਤੇ ਵੀ ਐਕਸਪੈਰੀਮੈਂਟ ਕਰਾਂ। ਸੋ ਫਿਰ ਮੈਂ ਢੱਡ ਸਰੰਗੀ ਨਾਲ ਪਾਲ ਸਿੰਘ ਪੰਛੀ, ਦਿਆਲ ਸਿੰਘ ਦਿਲਬਰ, ਸੰਤਾ ਸਿੰਘ ਸੇਵਕ, ਜੋਗਿੰਦਰ ਸਿੰਘ ਸ਼ੇਰਪੁਰੀ, ਬੜੇ ਸਾਰੇ ਢਾਡੀਆਂ ਨਾਲ ਫਿਰ ਮੈਂ ਸ਼੍ਰੋਮਣੀ ਕਮੇਟੀ ਦੇ ਢਾਡੀ ਜੱਥੇ ਵਿੱਚ ਮੈਂ ਢਾਡੀ ਵੀ ਗਾਇਆ ਪ੍ਰੋਫੈਸ਼ਨਲ ਤੌਰ 'ਤੇ। ਲੇਕਿਨ ਜਿਹੜੇ ਮੇਰੇ ਉਸਤਾਦ ਜੀ ਸੀ ਉਹ ਇਹ ਚਾਹੁੰਦੇ ਨਹੀਂ ਸੀ, ਉਹ ਚਾਹੁੰਦੇ ਸੀ ਤੂੰ ਟੀਚਿੰਗ ਲਾਈਨ ਦੇ ਵਿੱਚ ਆ। ਤਾਂ ਫਿਰ ਮੈਂ ਬਾਕਾਇਦਾ ਤੌਰ 'ਤੇ ਫਾਜ਼ਿਲਕਾ ਗਿਆ ਔਰ ਜਿੱਥੇ ਮੈਂ 6 ਸਾਲ ਦਾ ਪ੍ਰਾਚੀਨ ਕਲਾ ਕੇਂਦਰ ਯੂਨੀਵਰਸਿਟੀ ਤੋਂ ਸੰਗੀਤ ਦੀ ਤਾਲੀਮ ਲਈ, ਜਿਹਨੂੰ MA ਤੱਕ ਦੀ ਮਤਲਬ ਐਜੂਕੇਸ਼ਨ ਕਹਿ ਸਕਦੇ ਹਾਂ। ਫਿਰ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਐਜ਼ ਏ ਮਿਊਜ਼ਿਕ ਟੀਚਰ ਜਾਂ ਪ੍ਰੋਫੈਸਰ ਕਹਿ ਲਓ, ਕਿਉਂਕਿ ਸਕੂਲਾਂ 'ਤੇ ਟੀਚਰ ਹੋ ਜਾਂਦੇ ਆ, ਕਾਲਜਾਂ 'ਚ ਜਦੋਂ ਪੜ੍ਹਾਓ ਤਾਂ ਫਿਰ ਪ੍ਰੋਫੈਸਰ ਬਣ ਜਾਂਦੇ ਆ। ਸੋ ਮੈਂ ਫਾਜ਼ਿਲਕਾ, ਅਬੋਹਰ, ਤਲਵੰਡੀ ਪਾਈ, ਗੋਨਿਆਣਾ ਮੰਡੀ, ਮੋਗਾ, ਮੈਂ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਮੈਂ ਮਿਊਜ਼ਿਕ ਸਬਜੈਕਟ ਪੜ੍ਹਾਉਂਦਾ ਰਿਹਾ।
ਫਿਰ ਮੇਰੀ ਅਕੈਡਮੀ ਸੀਗੀ, ਮੈਂ ਅਕੈਡਮੀ ਬਾਬਾ ਫਰੀਦ ਸੰਗੀਤ ਅਕੈਡਮੀ ਖੋਲ੍ਹੀ, ਜਿੱਥੇ ਮਤਲਬ ਮੈਂ ਮਤਲਬ ਬਹੁਤ ਸਾਰੇ ਸਟੂਡੈਂਟ ਬੱਚੇ ਜਿਹੜੇ ਅੱਜ ਦੇ ਸੁਪਰਸਟਾਰ ਗਾਇਕ ਹੈ, ਜਿਨ੍ਹਾਂ ਵਿੱਚੋਂ ਆਪਾਂ ਜੇ ਗੱਲ ਕਰ ਲਈਏ ਪਰਮਜੀਤ ਕੌਰ ਪੰਮੀ ਜਿਹੜੀ ਕਰਤਾਰ ਰਮਲੇ ਨਾਲ ਗਾਉਂਦੀ ਸੀਗੀ, ਔਰ ਰਾਜ ਬਰਾੜ ਇੱਕ ਰਾਈਟਰ ਸੀ, ਉਹਨਾਂ ਨੂੰ ਸਿਖਾਇਆ ਤੇ ਉਹਨਾਂ ਦੀ ਐਲਬਮ ਕੀਤੀ। ਦਿਲਸ਼ਾਦ ਅਖਤਰ, ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਮਨਜੀਤ ਸੰਧੂ ਤੇ ਹੋਰ ਵੀ ਮਤਲਬ ਬੜੇ ਆਰਟਿਸਟ ਆ ਜਿਨ੍ਹਾਂ ਨੇ ਸਿੱਖਿਆ ਅਕੈਡਮੀ ਚੋਂ ਬਕਾਇਦਾ। ਪਰ ਉੱਥੇ ਹੀ ਮੇਰੀ ਇੱਕ ਮੁਲਾਕਾਤ ਫਿਰ ਹੁੰਦੀ ਹੈ ਮੇਰੇ ਇੱਕ ਸਟੂਡੈਂਟ ਨਾਲ, ਜਿਹਦਾ ਨਾਂ ਸੀ ਬੂਟਾ ਸਿੰਘ ਪਾਂਧੀ। ਉਹ ਮੇਰਾ ਸਟੂਡੈਂਟ ਸੀਗਾ, ਸੀ ਏਜਡ, ਮੈਂ ਉਦੋਂ 18-20 ਸਾਲ ਦਾ ਹੋਊਗਾ, ਲੇਕਿਨ ਉਹ 40-45 ਸਾਲ ਦਾ ਸੀ। ਤਾਂ ਉਹਨੇ ਮੈਨੂੰ ਕਿਹਾ, ਮਾਸਟਰ ਜੀ ਵੀ ਯਾਰ ਤੇਰੇ 'ਚ ਟੈਲੈਂਟ ਬਹੁਤ ਜ਼ਿਆਦਾ, ਤੂੰ ਗਾਉਣਾ ਵੀ ਬੜਾ ਵਧੀਆ, ਪਰ ਤੂੰ ਐਵੇਂ 700-800 ਰੁਪਈਆ ਉਦੋਂ ਤਨਖਾਹ ਮਿਲਦੀ ਸੀ, ਵੀ 700-800 ਨਾਲ ਗੁਜ਼ਾਰਾ ਕਿਵੇਂ ਹੋਊਗਾ। ਤੇ ਇੱਥੇ ਕਲਾਕਾਰ ਜਿਹੜੇ ਆ ਉਹਨਾਂ ਨੂੰ ਜਮਾਂ ਹੀ ਸੰਗੀਤ ਦੇ ਬਾਰੇ ਪਤਾ ਨਹੀਂ, ਉਹ ਬੰਦੇ 2-2 3-3 ਹਜ਼ਾਰ ਰੁਪਈਆ ਲੈਂਦੇ ਇੱਕ ਦਿਨ ਦਾ, ਵੀ ਤੁਸੀਂ ਜਿਹੜਾ ਹੈਗਾ ਉਹ ਮਿਊਜ਼ਿਕ ਲਾਈਨ ਦੇ ਵਿੱਚ ਆਓ ਪੰਜਾਬੀ ਵਾਲੇ ਪਾਸੇ। ਸੋ ਮੈਂ ਕਿਹਾ ਯਾਰ ਮੇਰੀ ਤਾਂ ਕੋਈ ਪਛਾਣ ਨਹੀਂ ਹੈ, ਨਾ ਮੇਰੀ ਬਹੁਤੀ ਰੁਚੀ ਹੈ। ਤੇ ਉਹ ਮੈਨੂੰ ਫਿਰ 80 ਦੇ ਵਿੱਚ ਲੁਧਿਆਣੇ ਲਾਲ ਚੰਦ ਜਮਲਾ ਜੱਟ ਜੀ ਦੇ ਘਰੇ ਲੈ ਕੇ ਗਏ, ਡੇਰੇ ਦੇ ਵਿੱਚ ਉਹਨਾਂ ਦੇ ਜਵਾਹਰ ਨਗਰ ਕੈਂਪ ਦੇ ਵਿੱਚ ਡੇਰਾ ਹੈ, ਅਜੇ ਵੀ ਉਹਨਾਂ ਦਾ ਘਰ ਉੱਥੇ ਹੈ। ਉੱਥੇ ਜਦੋਂ ਲਗਾਏ ਤੇ ਉਹਨਾਂ ਨੇ ਮੈਨੂੰ ਫਿਰ ਯਮਲਾ ਜੀ ਨਾਲ ਮਿਲਾਇਆ, ਤੇ ਯਮਲਾ ਜੀ ਨੇ ਮੈਨੂੰ ਕਿਹਾ ਵੀ ਦੱਸ ਕੀ ਸੁਣਾ ਸਕਦਾ ਤੂੰ, ਕੀ ਗਾ ਸਕਦਾ। ਮੈਂ ਕਿਹਾ ਜੀ ਮੈਨੂੰ ਕਲਾਸੀਕਲ ਗਾਣੇ ਗੀਤ ਜਿਹੜੇ ਬਹੁਤ ਚੰਗੇ ਲੱਗਦੇ ਆ, ਕਲਾਸੀਕਲ ਰਾਗ ਬੜੇ ਚੰਗੇ ਲੱਗਦੇ ਆ। ਤਾਂ ਉਹ ਕਹਿੰਦੇ ਸੁਣਾ। ਮੈਂ ਉਹਨਾਂ ਨੂੰ ਇੱਕ ਦਰਬਾਰੀ ਰਾਗ ਦੇ ਵਿੱਚ ਕੁਝ ਤਕਰੀਬਨ ਅੱਧਾ ਘੰਟਾ ਸਰਗਮਾ, ਤਾਨਾ, ਰੇਲੇ, ਮੁਰਕੀਆਂ ਲਾ ਕੇ ਮੈਂ ਸਾਰਾ ਉਹਨਾਂ ਨੂੰ ਸੁਣਾਇਆ। ਤੇ ਉਹਨਾਂ ਨੇ ਮੈਨੂੰ ਜੱਫੀ 'ਚ ਲੈ ਲਿਆ, ਕਹਿੰਦੇ ਯਾਰ ਵੀ ਤੂੰ ਇੰਨਾ ਗੁਣਾਂ ਦਾ ਭਰਿਆ ਪਿਆ ਹੈ, ਤੇ ਤੂੰ ਮਾਸਟਰੀ ਦੇ ਵਿੱਚ ਕੀ ਕਰ ਰਹੇਂਗਾ, ਬੱਚਿਆਂ ਨੂੰ ਪੜ੍ਹਾਈ ਜਾਏਗਾ, ਬੱਚੇ ਤੇਰੇ ਪ੍ਰੋਫੈਸਰ ਬਣ ਜਾਣਗੇ ਜਾਂ ਬੱਚੇ ਕਲਾਕਾਰ ਬਣ ਜਾਣਗੇ, ਤੂੰ ਤਾਂ ਉੱਥੇ ਹੀ ਰਹੇਂਗਾ। ਤੂੰ ਛੱਡ, ਤੂੰ ਮੇਰੇ ਕੋਲ ਇੱਥੇ ਆ, ਤੇ ਮੈਂ ਤੈਨੂੰ ਜਿਹੜੇ ਪੰਜਾਬੀ ਗਾਣੇ ਸਿਖਾਊਂਗਾ, ਪੰਜਾਬੀ ਮਿਊਜ਼ਿਕ ਸਿਖਾਊਂਗਾ, ਤੇ ਤੂੰ ਮੇਰੇ ਜਵਾਕਾਂ ਨੂੰ ਕਲਾਸੀਕਲ ਸਿਖਾ। ਮੇਰੇ ਜਵਾਕਾਂ ਨੂੰ ਕਲਾਸੀਕਲ ਨਹੀਂ ਆਉਂਦਾ। ਸੋ ਮੈਂ ਸਿੱਧੂ ਸਾਹਿਬ ਫਿਰ ਉੱਥੇ ਔਰ ਯਮਲਾ ਜੀ ਦੇ ਡੇਰੇ 'ਚ ਰਹਿਣ ਲੱਗ ਪਿਆ, ਤੇ ਉਹਨਾਂ ਦੇ ਨਾਲ ਹਾਰਮੋਨੀਅਮ ਪਲੇ ਕਰਨ ਜਾਂਦਾ ਸੀ। ਉਹ ਮੰਡੀ ਸੀ ਇੱਕ, ਉਸ ਵਕਤ ਦੱਸਿਆ ਵੀ ਫੋਨ ਤਾਂ ਹੁੰਦਾ ਨਹੀਂ ਸੀਗਾ, ਸੋ ਹਰ ਬੰਦੇ ਨੂੰ ਟਰੇਸ ਜਾ ਕੇ ਹੀ ਕਰਨਾ ਪੈਂਦਾ ਸੀ। ਸੋ ਮੰਡੀ ਵਿੱਚ ਜਦੋਂ ਵੀ ਕਿਤੇ ਕਿਸੇ ਨੂੰ ਲੋੜ ਪੈਂਦੀ ਹੁੰਦੀ ਸੀ ਤੇ ਉਹ ਜਾ ਕੇ ਮਜੀਸ਼ੀਅਨ ਲੱਭ ਲੈਂਦਾ ਸੀਗਾ, ਤੇ ਉਹਨਾਂ ਦੇ ਡੇਰੇ 'ਚ ਮਜੀਸ਼ੀਅਨ ਬਹੁਤ ਸੀਗੇ। ਸੋ ਇੱਕ ਦਿਨ ਐਂ ਸਦੀਕ ਸਾਹਿਬ ਲੱਭਦੇ ਫਿਰ ਲੱਭਦੇ ਆ ਗਏ ਵੀ ਮੁੰਡਾ ਵਾਜਾ ਵਜਾਉਣ ਵਾਲਾ ਚਾਹੀਦਾ, ਫਿਰ ਉਹ ਮੈਨੂੰ ਲੈ ਗਏ। ਇੱਦਾਂ ਹੀ ਫਿਰ ਕਰਤਾਰ ਰਮਲੇ ਨੂੰ ਲੋੜ ਪਈ, ਉਹ ਮੈਨੂੰ ਲੈ ਗਏ। ਇੱਦਾਂ ਹੀ ਅਮਰ ਸਿੰਘ ਚਮਕੀਲੇ ਨੂੰ ਲੋੜ, ਮਤਲਬ ਜਗਮੋਹਨ ਕੌਰ ਕੇ ਦੀ, ਮੈਂ ਜਿੰਨੇ ਵੀ ਉਸ ਵਕਤ ਦੇ ਆਰਟਿਸਟ ਸੀ ਤਾਂ ਉਹ ਸਾਰੇ ਫਿਰ ਮੈਨੂੰ ਲੈ ਕੇ ਜਾਂਦੇ ਸੀ ਹਾਰਮੋਨੀਅਮ ਪਲੇ ਕਰਨ ਵਾਸਤੇ। ਸੋ ਉਦੋਂ 50 ਰੁਪਏ 40 ਰੁਪਏ ਇੱਕ ਪ੍ਰੋਗਰਾਮ ਦੇ ਮਿਲਦੇ ਹੁੰਦੇ ਸੀਗੇ। ਸੋ ਮੈਂ ਉਹਨਾਂ ਦੇ ਨਾਲ ਰਹਿ ਕੇ, ਉਹਨਾਂ ਦੇ ਨਾਲ ਮਤਲਬ ਦੇਖ ਕੇ ਵੀ ਉਹ ਕੀ ਗਾ ਰਿਹਾ, ਜਦ ਕਿ ਉਦੋਂ ਮੈਨੂੰ ਪੰਜਾਬੀ ਗਾਣੇ ਜ਼ਿਆਦਾ ਨਹੀਂ ਆਉਂਦੇ ਸੀਗੇ, ਕਿਉਂਕਿ ਮੇਰਾ ਬੇਸਿਕ ਜਿਹੜੀ ਮੇਰੀ ਮੁੱਢਲੀ ਤਾਲੀਮ ਸੀ ਉਹ ਮੇਰੀ ਕਲਾਸੀਕਲ, ਜਾਂ ਕਹਿ ਲਓ ਵੀ ਕੁਝ ਥੋੜ੍ਹੇ ਜਿਹੇ ਭਜਨ ਸ਼ਬਦ ਉੱਧਰਲੇ ਪਾਸੇ ਮੇਰੀ ਜ਼ਿਆਦਾ ਸੀ, ਪੰਜਾਬੀ ਗਾਣੇ ਨਹੀਂ ਸੀ। ਸੋ ਮੈਨੂੰ ਚੇਟਕ ਲੱਗ ਗਈ, ਤੇ ਉਸ ਤੋਂ ਬਾਅਦ ਫਿਰ ਮੈਂ ਇਹ ਫੀਲ ਕੀਤਾ ਕਿ ਹਾਂ ਹੁਣ ਮੈਂ ਵੀ ਗਾ ਸਕਦਾ। ਫਿਰ ਮੈਂ ਥੋੜ੍ਹਾ ਗੁਣਗੁਣਾਉਣ ਲੱਗ ਪਿਆ। ਫਿਰ ਅਮਰ ਸਿੰਘ ਚਮਕੀਲਾ ਜੀ ਆਪਦੀ ਸਟੇਜ ਦੇ ਉੱਤੇ ਮੈਨੂੰ ਇੱਕ ਉਹਨਾਂ ਦਾ ਗਾਣਾ ਲਿਖਿਆ ਸੀ, ਜਿਹੜਾ ਕਿ ਉਹਨਾਂ ਨੇ ਰਿਕਾਰਡ ਨਹੀਂ ਕਰਾਇਆ, ਮੈਂ ਰਿਕਾਰਡ ਕਰਵਾਇਆ ਸੀਗਾ। ਤੇ ਉਹ ਮੈਨੂੰ ਕਹਿੰਦੇ ਸੀ ਤੂੰ ਗਾ ਉਸ ਸਟੇਜ ਦੇ ਉੱਤੇ, ਤੇ ਉਹ ਫਿਰ ਮੈਨੂੰ ਇੱਕ ਗਾਣੇ ਦਾ ਟਾਈਮ ਦਿੰਦੇ ਹੁੰਦੇ ਸੀ, ਤੇ ਮੈਂ ਉਹ ਗਾਣਾ ਗਾਉਂਦਾ ਹੁੰਦਾ ਸੀਗਾ। ਦੋ ਹੱਥ ਭੋਏ ਪਿੱਛੇ ਮਰ ਜਾਂਦੇ ਪੁੱਤ ਜੱਟਾਂ ਦੇ, ਰੱਖਦੇ ਨਿੱਤ ਲਿਸ਼ਕਾ ਕੇ ਤਿੱਖੀਆਂ ਰੋਜ਼ ਕਟਾਰਾਂ। ਫਿਰ ਮਤਲਬ ਮੈਨੂੰ ਲੱਗਿਆ ਕਿ ਹਾਂ ਹੁਣ ਮੈਂ ਇਸ ਪਾਸੇ ਵੀ ਆ ਸਕਦਾ। ਤੇ ਬੜੀ ਮਤਲਬ ਲੰਬੀ ਸਟੋਰੀ ਹੈ ਜੀ। ਫਿਰ ਉਸ ਤੋਂ ਬਾਅਦ, ਕਿਉਂਕਿ ਉਸ ਵਕਤ ਕਲਾਕਾਰ ਜਿਹੜਾ ਮਤਲਬ ਆਪਦੀ ਮਰਜ਼ੀ ਨਾਲ ਕਲਾਕਾਰ ਨਹੀਂ ਬਣ ਸਕਦਾ ਸੀਗਾ, ਇੱਕ ਵੇ ਹੁੰਦਾ ਸੀ। ਵੇ ਹੁੰਦਾ ਸੀ ਵੀ ਸਭ ਤੋਂ ਪਹਿਲਾਂ ਤੁਹਾਨੂੰ ਰੇਡੀਓ ਪਾਸ ਕਰਨਾ ਪਊਗਾ। ਯੋਵਾਨੀ ਪ੍ਰੋਗਰਾਮ, ਜਵਾਂ ਤਰੰਗ ਪ੍ਰੋਗਰਾਮ ਟੀ ਵੀ 'ਤੇ ਹੁੰਦੇ ਸੀ, ਉਹਨਾਂ ਦੇ ਵਿੱਚ ਪਹਿਲਾਂ ਜਾਓਗੇ, ਗਾਓਗੇ, ਫਿਰ ਤੁਹਾਨੂੰ ਅੱਗੇ ਟੀ ਵੀ ਵਾਲੇ ਲੈਣਗੇ। ਸੋ ਫਾਜ਼ਿਲਕਾ ਤੋਂ ਮੈਂ ਤਕਰੀਬਨ 3-4 ਸਾਲ ਸਟਰਗਲ ਕਰਦਾ ਰਿਹਾ ਕਿ ਮੈਂ ਉਹ ਰੇਡੀਓ 'ਤੇ ਜਾਵਾਂ ਅਤੇ ਪਾਸ ਕਰ ਲਾਂ ਕਲਾਸ। ਸੋ ਕਦੇ ਤਾਂ ਉਹਨਾਂ ਨੇ ਅੰਦਰ ਹੀ ਨਹੀਂ ਵੜਨ ਦੇਣਾ, ਕਦੇ ਬੱਸ 'ਤੇ ਆਉਣਾ, ਰਾਤਾਂ ਪਿੰਡਾਂ ਦੇ ਵਿੱਚ ਰਹਿ ਕੇ ਆਉਣਾ, ਬੱਸਾਂ ਨਹੀਂ ਸਹੀ ਸਿੱਧੀਆਂ ਹੁੰਦੀਆਂ ਸੀਗੀਆਂ। ਸੋ ਫਿਰ ਇੱਕ ਵਾਰੀ ਮਤਲਬ ਮੈਂ ਉੱਥੇ ਐਡੀਸ਼ਨ ਦਿੱਤੀ, ਪਾਸ ਹੋ ਗਿਆ, ਰੇਡੀਓ 'ਤੇ ਪਾਸ ਹੋ ਗਿਆ, ਫਿਰ ਮੈਂ ਟੀ ਵੀ 'ਤੇ ਪਾਸ ਹੋ ਗਿਆ, ਫਿਰ ਰੇਡੀਓ ਟੀ ਵੀ ਕਲਾਕਾਰ ਲੋਕ ਕਹਿਣ ਲੱਗ ਪਏ। ਪਰ 87 ਦੇ ਵਿੱਚ ਮੇਰਾ ਇੱਕ ਗੀਤ ਜਿਹੜਾ ਮੈਂ ਦੂਰਦਰਸ਼ਨ 'ਤੇ ਰਿਕਾਰਡ ਕਰਵਾਇਆ ਸੀਗਾ, ਔਰ ਉਹ ਪਹਿਲਾ ਗੀਤ ਸੀਗਾ ਜਿਹੜਾ ਦੂਰਦਰਸ਼ਨ ਨੇ ਮੈਨੂੰ ਇਹ ਪਰਮਿਸ਼ਨ ਦਿੱਤੀ ਕਿ ਬਾਹਰੋਂ ਆਡੀਓ ਰਿਕਾਰਡ ਕਰਕੇ ਲਿਆ। ਇਸ ਤੋਂ ਪਹਿਲਾਂ ਸਾਰੀ ਉੱਥੇ ਹੀ ਰਿਕਾਰਡਿੰਗ ਹੁੰਦੀ ਸੀ ਅਤੇ ਉੱਥੇ ਹੀ ਜਿਹੜਾ ਵੀਡੀਓ ਬਣਦਾ ਸੀਗਾ, ਅਤੇ ਉਹੀ ਗਾਣਾ ਮਾਰਕੀਟ 'ਚ ਆਉਂਦਾ ਸੀਗਾ। ਸੋ ਉਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ, ਅਤੇ ਮੈਂ ਫਿਰ ਉਹ ਗਾਣਾ ਕਰਕੇ ਲਿਆਂਦਾ ਰਿਕਾਰਡ, ਜਿਹੜਾ ਸੀ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਅਤੇ ਕਦੇ ਕਦੇ ਖੇਡ ਲਿਆ ਕਰੀ।
के लाल तलियां तेरी मेहंदी चिरा के लाल तलियां ते हीरे हस के सजदे दी टोली बजा कदे कदे के दिलिया करी मेरे दिल दा खिडौना नाल ले जा कदे कदे के दिलिया करी मैं तेरे पिंड आया सी तख्त हजारा तेरे ख्यालां नू बनाया सी नी पापियां दा पट्टिया मैं तेरे पिंड आया सी तख्त हजारा तेरे ख्यालां नू बनाया सी मैं तां सैलूं गम हीरे मेरा दस की है नी मैं तां सैलूं गम हीरे मेरा दस की है मैं तां सहजू गम तू भी गम कर जा कदे कदे के दिलिया करी मेरे दिल दा खिडौना नाल ले जा कदे कदे के दिलिया करी चार दा प्यारी वाली बाजी जे मैं जित के नहार दा हशर ताई ही रहनी मैं दिल मचा चार दा प्यारी वाली बाजी जे मैं जित के नहार दा आपे चरियों ने मजा मैनी रहना इथे ही रे आपे चरियों ने मजा मैनी रहना इथे आपे चरियों ने मजियां नू कह जा कदे कदे के दिलिया करी मेरे दिल दा खिडौना नाल ले जा कदे कदे के दिलिया करी मस्तानी सहजूंगा मैं दुनिया दा हर एक तनानी नी प्यार तेरे बिच हीरे होया मस्तानी सहजूंगा मैं दुनिया दा हर एक तनानी कर जाए आसान जांदी बारी मेरे उत्ते हीरे नी कर जाए आसान जांदी बारी मेरे उत्ते यादा बन के रांझे दे कोले
ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ ਕਦੇ ਕਦੇ ਖੇਡ ਲਿਆ ਕਰੀ ਹੀਰੇ ਹੱਸ ਕੇ ਸਜਦੇ ਦੀ ਡੋਲੀ ਲੈ ਜਾ ਕਦੇ ਕਦੇ ਖੇਡ ਲਿਆ ਕਰੀ ਕਦੇ ਕਦੇ ਖੇਡ ਲਿਆ ਕਰੀ ਹੀਰੇ ਕਦੇ ਖੇਡ ਲਿਆ ਕਰੀ ਨੀ ਜਿੰਦੇ ਕਦੇ ਖੇਡ ਲਿਆ ਕਰੀ ਉਹ ਗਾਣਾ ਟੀਵੀ ਦੇ ਉੱਤੇ ਰਾਤ ਨੂੰ ਲੱਗ ਜਾਂਦਾ ਹੈ ਰੌਣਕ ਮੇਲਾ ਪ੍ਰੋਗਰਾਮ ਦੇ ਵਿੱਚ ਤੇ ਦਿਨ ਚੜ੍ਹਦਾ ਜਦੋਂ ਨਿਰਮਲ ਸਿੱਧੂ ਉੱਠਦਾ ਹੈ ਤੇ ਫਿਰ ਇੱਕ ਵੱਖਰੀ ਦੁਨੀਆ ਕਹਿ ਲਓ ਜਿਸ ਤਰ੍ਹਾਂ ਵੱਖਰੀ ਦੁਨੀਆ ਦੇ ਵਿੱਚ ਹੀ ਮੈਂ ਉੱਠਿਆ ਤੇ ਉਸ ਤੋਂ ਬਾਅਦ ਬਸ ਫਿਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਵੀ ਇੱਕ ਐਲਬਮ ਸੀਗੀ ਕੁੱਕੂ ਰਾਣਾ ਰੋਂਦਾ ਬਲਤੀਰ ਮਾਲੇ ਦੀ ਉਹਦਾ ਮਿਊਜ਼ਿਕ ਕੀਤਾ ਸੀ ਉਹ ਹਿੱਟ ਹੋ ਗਈ ਉਸ ਤੋਂ ਬਾਅਦ 92 ਦੇ ਵਿੱਚ ਫਿਰ ਮਾਸਟਰ ਸਲੀਮ ਦੀ ਐਲਬਮ ਜਿਹੜੀ ਆ ਉਹ ਸੁਪਰ ਡੁਪਰ ਹਿੱਟ ਹੋ ਗਈ ਬਲਕਿ ਇੱਕ ਯੁੱਗ ਬਦਲ ਗਿਆ ਇੱਕ ਬਾਲ ਗਾਇਕੀ ਦਾ ਯੁੱਗ ਆ ਗਿਆ ਜਿਹਦੇ ਵਿੱਚ ਵੱਡੇ ਵੱਡੇ ਕਲਾਕਾਰ ਸਟਾਪ ਹੋ ਗਏ ਤੇ ਸਿਰਫ ਅਤੇ ਸਿਰਫ ਬਾਲ ਗਾਇਕੀ ਸ਼ੁਰੂ ਹੋ ਗਈ ਤੇ ਉਹਦਾ ਸਿਹਰਾ ਫਿਰ ਮੈਨੂੰ ਮਿਲਿਆ ਤੇ ਮੇਰੇ ਕੋਲ ਲੈਣਾ ਲੱਗੀਆਂ ਹੁੰਦੀਆਂ ਸੀ ਬੱਚਿਆਂ ਦੀਆਂ ਚਾਹੇ ਉਹ ਮਾਸਟਰ ਖਾਨ ਹੋਵੇ ਚਾਹੇ ਮਾਸਟਰ ਸਲੀਮ ਹੋਵੇ ਮਾਸਟਰ ਦਿਲਖੁਸ਼ ਹੋਵੇ ਮਾਸਟਰ ਰਕੇਸ਼ ਹੋਵੇ ਸੈਂਕੜੇ ਹੀ ਕਲਾਕਾਰਾਂ ਨੇ ਅਜ਼ਮਾਈ ਕੀਤੀ ਜਿਨ੍ਹਾਂ ਵਿੱਚੋਂ ਕੁਝ ਬੱਚੇ ਬਹੁਤ ਕਾਮਯਾਬ ਵੀ ਹੋਏ ਕੁਝ ਬੱਚੇ ਠੀਕ ਹੈ ਆਪਣੀ ਜਗ੍ਹਾ 'ਤੇ ਰਹੇ ਸੋ ਬਸ ਉਦੋਂ ਤੋਂ ਲੈ ਕੇ ਫਿਰ ਨਿਰੰਤਰ ਜਿਹੜਾ ਸੰਗੀਤ ਹੈ ਉਹ ਚੱਲ ਰਿਹਾ ਅਤੇ ਜਦੋਂ ਕੋਈ ਬੰਦਾ ਪ੍ਰੋਪਰ ਕਿਸੇ ਚੀਜ਼ ਨੂੰ ਪੜ੍ਹ ਲੈਂਦਾ ਰਿਸਰਚ ਕਰ ਲੈਂਦਾ ਉਹਦੇ ਬਾਰੇ ਜਾਣਦਾ ਇਮਾਨਦਾਰੀ ਨਾਲ ਦਿਲੋਂ ਇਸ਼ਕ ਕਰਦਾ ਜਿਹੜੀ ਚੀਜ਼ ਨੂੰ ਅਤੇ ਉਹ ਜਿਹੜੀ ਚੀਜ਼ ਤੁਹਾਨੂੰ ਫਿਰ ਵਰ ਉਹਨੇ ਦੇਣਾ ਹੀ ਦੇਣਾ ਹੁੰਦਾ ਇਹ ਲਿਖ ਲਓ ਤੁਸੀਂ ਅਤੇ ਉਹ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤਕਰੀਬਨ 40 ਸਾਲ ਤੋਂ ਜ਼ਿਆਦਾ ਮਤਲਬ ਮਾਰਕੀਟ ਦੇ ਵਿੱਚ ਟਿਕੇ ਹੈ ਅਤੇ ਅੱਜ ਵੀ ਜਿਹੜੇ ਹੈਗੇ ਆ ਮਤਲਬ ਸੈਂਕੜੇ ਗੀਤ ਪਾਈਪਲਾਈਨ ਦੇ ਵਿੱਚ ਹੈ ਚਾਹੇ ਉਹ ਫਿਲਮ ਹੈ ਚਾਹੇ ਸੀਰੀਅਲ ਹੈ ਚਾਹੇ ਸਟੇਜੀ ਸ਼ੋਅ ਹੈਗੇ ਆ ਪੂਰੀ ਦੁਨੀਆ 'ਚ ਲੋਕ ਪਿਆਰ ਕਰਦੇ ਆ ਅਤੇ ਬਹੁਤ ਧੰਨਵਾਦੀ ਹੈ ਉਸ ਅਕਾਲ ਪੁਰਖ ਦਾ ਅਤੇ ਪੰਜਾਬੀ ਕਮਿਊਨਿਟੀ ਦਾ ਪੰਜਾਬੀ ਲੋਕਾਂ ਦਾ ਸਰੋਤਿਆਂ ਦਾ ਜਿਹੜੇ ਨਿਰਮਲ ਸਿੱਧੂ ਨੂੰ ਅੱਜ ਵੀ ਓਨਾ ਹੀ ਪਿਆਰ ਕਰਦੇ ਜਿੰਨਾ ਅੱਜ ਤੋਂ 40 ਸਾਲ ਪਹਿਲਾਂ ਪਹਿਲੇ ਹਿੱਟ ਗਾਣੇ ਤੋਂ ਰੰਗ ਮਹਿੰਦੀ ਦਾ ਵੀ ਲਾਲ ਰੰਗ ਲਹੂ ਦਾ ਵੀ ਲਾਲ ਕੀ ਹੋ ਗਿਆ ਜੇ ਕੈਦੋ ਹੋਰੀ ਹੈ ਖੇਡ ਗਏ ਨੇ ਚਾਲ ਲਹੂ ਮਹਿੰਦੀ ਚ ਰਲਾ ਕੇ ਹੋ ਲਾ ਲੈ ਤਲੀਆਂ ਤੇ ਨੀ ਮਹਿੰਦੀ ਚ ਰਲਾ ਕੇ ਹੋ ਲਾ ਲੈ ਤਲੀਆਂ ਤੇ ਨੀ ਹੀਰੇ ਹੱਸ ਕੇ ਸਜਦੇ ਦੀ ਡੋਲੀ ਬਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਨੀ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਨੀ ਹੀਰੇ ਕਦੇ ਖੇਡ ਲਿਆ ਕਰੀ ਬਾਬਾ ਫਰੀਦ ਮਿਊਜ਼ਿਕ ਅਕੈਡਮੀ ਦੇ ਵਿੱਚ ਤੁਸੀਂ ਪੜ੍ਹਾਉਂਦੇ ਰਹੇ ਹੋ ਜਲੰਧਰ ਆ ਕੇ ਤੁਸੀਂ ਨੇ ਰਬਾਬ ਮਿਊਜ਼ਿਕ ਇੰਸਟੀਚਿਊਟ ਵੀ ਖੋਲ੍ਹਿਆ ਹਾਂਜੀ ਅਤੇ ਉਸ ਤੋਂ ਇਲਾਵਾ ਹੋਰ ਵੀ ਜਿਹੜਾ ਮਿਊਜ਼ਿਕ ਡਾਇਰੈਕਟ ਕੀਤਾ ਕਈ ਹੀ ਸਿੰਗਰਸ ਨੇ ਅਨੇਕਾਂ ਥੋੜ੍ਹੇ ਜਿਹੇ ਤੁਸੀਂ ਨਾਂ ਲਏ ਨੇ ਹੋਰ ਕੁਝ ਕੁ ਨਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ ਜਿਹੜੇ ਸਥਾਪਤ ਸਿੰਗਰ ਨੇ ਜਿਨ੍ਹਾਂ ਨੂੰ ਤੁਸੀਂ ਮਿਊਜ਼ਿਕ ਡਾਇਰੈਕਟ ਕੀਤਾ ਜਿਨ੍ਹਾਂ ਦੇ ਸੌਂਗਸ ਦਾ ਜੀ ਭਾਜੀ ਮੈਂ ਅਸਲ ਦੇ ਵਿੱਚ ਨਾਂ ਲੈਣਾ ਸ਼ੁਰੂ ਕਰੂੰਗਾ ਅਤੇ ਅੱਧਾ ਘੰਟਾ ਲੱਗੂਗਾ ਪਰ ਮੈਂ ਥੋੜ੍ਹੇ ਜਿਹੇ ਵੱਡੇ ਨਾਮ ਮੈਂ ਲੈ ਦਿੰਦਾ ਯਮਲਾ ਜੀ ਤੋਂ ਸ਼ੁਰੂ ਕਰਕੇ ਗੁਰਦਾਸ ਮਾਨ ਜੀ ਸਰਦੂਲ ਸਿਕੰਦਰ ਹੰਸਰਾਜ ਮੁਹੰਮਦ ਸਦੀਪ ਕੁਲਦੀਪ ਮਾਨਕ ਕਰਤਾਰ ਅਮਲਾ ਸੁਰਿੰਦਰ ਸ਼ਿੰਦਾ ਲਾਭ ਜੰਜੂਆ ਜਸਵੀਰ ਜੱਸੀ ਸਾਬਰ ਕੋਟੀ ਬਲਰਾਜ ਅਮਰ ਨੂਰੀ ਹਰਮਨਜੀਤ ਕੌਰ ਲੜਕੀ ਇੱਥੇ ਹੀ ਰਹਿੰਦੀ ਹੈ ਬਲਰਾਜ ਅੱਜ ਕੱਲ੍ਹ ਮੁੰਡਾ ਬਹੁਤ ਜ਼ਿਆਦਾ ਚੱਲ ਰਿਹਾ ਉਹ ਮੁੰਡਾ ਮੇਰੇ ਕੋਲ 7 ਸਾਲ ਰਹਿ ਕੇ ਗਿਆ ਅਤੇ ਮਤਲਬ ਮੈਂ ਕੋਈ ਮੈਨੂੰ ਲੱਗਦਾ ਨਹੀਂ ਐਸਾ ਵੀ ਦਿਲਸ਼ਾਦ ਅਖਤਰ ਸੁਰਜੀਤ ਬਿੰਦ ਰਖੀਆ ਸਤਵਿੰਦਰ ਬਿੱਟੀ ਮਤਲਬ ਉਸ ਸਮੇਂ ਤੋਂ ਲੈ ਕੇ ਐਂ ਕਹਿ ਲਈਏ ਵੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਆਰਟਿਸਟ ਹੈ ਆਲਮੋਸਟ ਲੈਂਬਰ ਹੁਸੈਨਪੁਰੀ ਹਸਨ ਮਾਨਕ ਅੰਗਰੇਜ਼ ਅਲੀ ਅਮਨ ਹੇਰ ਕਿੰਨੇ ਕੁ ਮੈਨੂੰ ਨਾਂ ਨਹੀਂ ਮਤਲਬ ਕਈ ਵਾਰੀ ਦਿਮਾਗ 'ਚ ਆਉਂਦੇ ਕਿ ਇੰਨੇ ਲੋਕਾਂ ਨੂੰ ਕੰਮ ਕੀਤਾ ਕਿਉਂਕਿ ਮੈਂ ਬਹੁਤ ਸਾਰੇ ਆਰਟਿਸਟਾਂ ਨੂੰ ਫਿਲਮਾਂ ਦੇ ਵਿੱਚ ਵੀ ਗਵਾਇਆ
ਔਰ ਬਹੁਤ ਸਾਰੇ ਲੋਕਾਂ ਨੂੰ ਸੀਰੀਅਲ 'ਚ ਗਵਾਇਆ ਹੈ, ਚਾਹੇ ਉਹ ਦਿੱਲੀ ਦੂਰਦਰਸ਼ਨ ਹੋਵੇ, ਚਾਹੇ ਬੰਬੇ ਦੂਰਦਰਸ਼ਨ ਹੋਵੇ, ਚਾਹੇ ਸ਼ਿਮਲਾ ਦੂਰਦਰਸ਼ਨ ਹੋਵੇ, ਚਾਹੇ ਉਹ ਹਿਮਾਚਲ ਦੇ ਵਿੱਚ ਮਤਲਬ ਰਾਜਸਥਾਨ ਦੇ ਵਿੱਚ ਜਿਹੜੇ ਰੇਡੀਓ ਸਟੇਸ਼ਨ ਹੈ। ਸੋ ਸਾਰਿਆਂ ਨੇ ਮਤਲਬ ਕਿਉਂਕਿ ਮੇਰਾ A ਗ੍ਰੇਡ ਜਿਹੜਾ ਹੈਗਾ ਸੀਗਾ ਮੈਂ ਪਾਸ ਕੀਤਾ ਹੈ। ਔਰ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਚਾਹੇ ਆਪਣੀ ਇੰਡਸਟਰੀ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਕਲਾਕਾਰ ਹੈਗੇ ਹੈ, ਪਰ ਅੱਜ ਵੀ ਜਿਹੜੇ A ਗ੍ਰੇਡ ਆਰਟਿਸਟ ਹੈ, ਗ੍ਰੇਡੇਸ਼ਨ ਜਿਨ੍ਹਾਂ ਦੇ ਕੋਲ ਹੈ, ਉਹ ਮੈਨੂੰ ਲੱਗਦਾ ਟੋਟਲ 8 ਜਾਂ 10 ਆਰਟਿਸਟ ਹੈ। ਔਰ ਉਹ ਇੰਨੀ ਕੁ ਜ਼ਿਆਦਾ ਮੁਸ਼ਕਲ ਮਤਲਬ ਪ੍ਰਤੀਕਿਰਿਆ ਹੁੰਦੀ ਹੈ, ਇੰਨਾ ਜ਼ਿਆਦਾ ਮੁਸ਼ਕਲ ਹੁੰਦਾ ਕਿ ਤੁਸੀਂ ਬਲਾਈਂਡ ਤਰੀਕੇ ਨਾਲ ਹੀ ਮਤਲਬ ਤੁਸੀਂ ਉੱਥੇ ਜਾਣਾ ਹੈ ਔਰ ਤੁਸੀਂ ਕੋਈ ਹਾਰਮੋਨੀਅਮ ਪਲੇ ਨਹੀਂ ਕਰਨਾ, ਨਾਲ ਕੋਈ ਸਾਜ਼ ਪਲੇ ਨਹੀਂ ਕਰਨਾ, ਤੁਸੀਂ 8-10 ਆਈਟਮਾਂ ਰਿਕਾਰਡ ਕਰਨੀਆਂ ਡਿਫਰੈਂਟ ਆਫ ਗਾਇਕੀ। ਔਰ ਉਹ ਦਿੱਲੀ 'ਚ ਜਾਣੀ ਹੈ, ਦਿੱਲੀ ਜਾ ਕੇ ਪਤਾ ਨਹੀਂ ਕੋਈ ਮਲਿਆਲਮ ਹੈ, ਪਤਾ ਨਹੀਂ ਕੋਈ ਕਲਕੱਤੇ ਦਾ, ਕੋਈ ਚੇਨਈ ਦਾ, ਉਹ ਜਿਹੜੇ ਜੱਜ ਹੈ ਉਹਨਾਂ ਕੋਲੇ ਰੋਲ ਨੰਬਰ ਹੀ ਹੁੰਦਾ, ਨਾਂ ਨਹੀਂ ਹੁੰਦਾ। ਸੋ ਉਹਨਾਂ ਨੇ ਤੁਹਾਡੀ ਆਵਾਜ਼ ਸੁਣਨੀ ਹੈ, ਅਗਰ ਉਹ 4-5 ਨੂੰ ਚੰਗਾ ਲੱਗਦਾ ਹੈ ਤੇ ਫਿਰ ਉਹ ਤੁਸੀਂ ਉਹਦੇ 'ਚ ਪਾਸ ਹੈ, ਰੋਲ ਨੰਬਰ ਹੀ ਤੁਹਾਡਾ ਆਉਣਾ, ਨਹੀਂ ਤਾਂ ਤੁਸੀਂ ਫੇਲ ਹੋ ਜਾਂਦੇ ਆ। ਔਰ ਬੜੇ ਵੱਡੇ ਵੱਡੇ ਕਲਾਕਾਰ ਮੇਰੇ ਸਾਥੀ ਹੈ ਜਿਹੜੇ ਮੇਰੇ ਕੋਲੇ ਵੀ ਇਤਰਾਜ਼ ਕਰਦੇ ਸੀ ਕਿ ਵੀ ਯਾਰ ਅਸੀਂ ਪਾਸ ਨਹੀਂ ਹੋ ਸਕੇ, ਤੂੰ ਪਾਸ ਹੋ ਗਿਆ। ਲੇਕਿਨ ਉਹ ਮੈਂ ਸਮਝਦਾ ਵੀ ਮੈਂ ਚਿਣਗ ਸੀ ਮੇਰੇ 'ਚ, ਮੈਨੂੰ ਲੱਗਦਾ ਸੀਗਾ ਕਿ ਮੈਂ ਚਾਹੇ ਵੱਡਾ ਕਲਾਕਾਰ ਬਣਾ ਚਾਹੇ ਛੋਟਾ ਕਲਾਕਾਰ ਬਣਾ, ਪਰ ਇੱਕ ਜਿਹੜੇ ਰੈਂਕ ਹੁੰਦੇ ਆ ਉਹ ਬੰਦੇ ਨੂੰ ਬਹੁਤ ਅੱਗੇ ਲੈ ਕੇ ਜਾਂਦੇ ਆ। ਸੋ A ਗ੍ਰੇਡ ਦਾ ਰੈਂਕ ਜਿਹੜਾ ਵੀ ਉਹ ਮੈਂ ਲੈਣਾ ਹੀ ਲੈਣਾ ਲਾਜ਼ਮੀ। ਸੋ ਉਹਦੇ ਲਈ ਮੈਂ ਬਹੁਤ ਮਿਹਨਤ ਕੀਤੀ। ਮੈਂ ਇੱਕ ਐਸਾ ਕਲਾਕਾਰ ਹਾਂ ਜਿਹੜਾ ਮੈਨੂੰ ਜਦੋਂ ਦੂਰਦਰਸ਼ਨ ਜਾਂ ਮੈਨੂੰ ਰੇਡੀਓ ਕਹਿ ਦਿੰਦਾ ਸੀਗਾ ਕਿ ਆਪਣਾ ਕੰਸਲਟ ਹੈ ਇੱਕ, ਸੋ ਤੁਸੀਂ ਆਉਣਾ, ਤਾਂ ਮੈਂ ਇੰਗਲੈਂਡ ਤੋਂ ਸਪੈਸ਼ਲ ਚੱਲ ਕੇ ਚਲਾ ਜਾਂਦਾ ਸੀ ਸਿਰਫ ਕੰਸਲਟ ਕਰਨ ਵਾਸਤੇ, ਜਿਹਦੇ 'ਚ ਮੈਨੂੰ ਬਹੁਤ ਹੀ ਜ਼ਿਆਦਾ ਫੀਸ ਨਹੀਂ ਮਿਲਦੀ, ਉਨੀ ਕੀ ਮਿਲਦੀ ਹੈ, TADA ਮਿਲਦਾ। ਲੇਕਿਨ ਮੈਨੂੰ ਇਹ ਹੁੰਦਾ ਸੀ ਕਿ ਹਾਂ ਮੈਂ ਆਉਣਾ ਹੀ ਆਉਣਾ ਲਾਜ਼ਮੀ, ਤੇ ਚਾਹੇ ਮੈਂ ਰਾਤੋਂ ਰਾਤ ਪ੍ਰੋਗਰਾਮ ਲਾ ਕੇ ਵਾਪਸ ਆਉਂਦਾ ਸੀ। ਇਸ਼ਕ ਸੀਗਾ, ਰੇਡੀਓ TV ਦੇ ਕਲਾਕਾਰ ਅਸੀਂ। ਤੇ ਅੱਜ ਅਸੀਂ ਐਵੇਂ ਚਾਹੇ ਵੱਡੇ ਬਣ ਜਾਈਏ ਤੇ ਆਪਣੇ ਆਪ ਨੂੰ ਕੁਝ ਵੀ ਕਹੀ ਚੱਲੀਏ, ਅਸੀਂ ਚਾਹੇ ਉਹ ਗੁਰਦਾਸ ਮਾਨ ਜੀ ਹੈ, ਚਾਹੇ ਸਰਦੂਲ ਹੈ, ਚਾਹੇ ਹੰਸ ਹੈ, ਚਾਹੇ ਸਦੀਕ ਸਾਹਿਬ ਹੈ, ਇਹ ਸਾਰੇ ਅਸੀਂ ਲੋਕ ਜਿਹੜੇ ਆ ਇਹ ਸਾਰੇ ਦੂਰਦਰਸ਼ਨ ਤੇ ਰੇਡੀਓ ਦੇ ਆਰਟਿਸਟ ਆ। ਸਾਨੂੰ ਇਹਨਾਂ ਨੇ ਪੈਦਾ ਕੀਤਾ, ਸਾਨੂੰ ਇਹਨਾਂ ਨੇ ਸਾਡੀ ਕਲਾ ਨੂੰ ਪਛਾਣਿਆ। ਤੇ ਅੱਜ ਵੀ ਮੈਂ ਹੁਣ ਜਦੋਂ ਕਈ ਵੀ ਮੇਰੇ ਦੋਸਤ ਇੰਡੀਆ ਤੋਂ ਮੇਰੇ ਨਾਲ ਗੱਲਬਾਤ ਕਰਦੇ ਆ ਤੇ ਉਹ ਫੋਨ ਹੀ ਉਦੋਂ ਕਰਦੇ ਜਦੋਂ ਮੇਰਾ ਗਾਣਾ ਚੱਲ ਰਿਹਾ ਹੁੰਦਾ, ਤਾਂ ਮੈਨੂੰ ਪਤਾ ਲੱਗ ਜਾਂਦਾ ਵੀ ਮੇਰਾ ਗਾਣਾ ਚੱਲ ਰਿਹਾ। ਤੇ ਉਹ ਕਹਿ ਦਿੰਦੇ ਆ ਤੇਰਾ ਹੁਣ ਆਲ ਇੰਡੀਆ ਰੇਡੀਓ ਤੇ ਗਾਣਾ 2:30 ਵਾਲੇ ਗੀਤ ਚੱਲੇ ਸੀ, ਅੱਜ ਤੇਰਾ ਦੂਰਦਰਸ਼ਨ ਦੇ ਗੀਤ ਚੱਲਿਆ ਸੀ, ਅੱਜ ਤੇਰਾ ਦਿੱਲੀ ਤੋਂ ਗੀਤ ਚੱਲਿਆ ਸੀ, ਅੱਜ ਤੇਰਾ ਵਿਵਿਧ ਭਾਰਤੀ ਗੀਤ ਚੱਲਿਆ ਸੀ, ਅੱਜ ਤੇਰੀ ਵਿਵਿਧ ਭਾਰਤੀ ਇੰਟਰਵਿਊ ਚੱਲੀ ਸੀ। ਸੋ ਇਹ ਮਤਲਬ ਕਲਾਕਾਰ ਨੂੰ ਜ਼ਿੰਦਾ ਰੱਖਣ ਲਈ, ਕਿਉਂਕਿ ਅੱਜ ਦਾ ਕਲਾਕਾਰ ਉਨੀ ਦੇਰ ਚੱਲਦਾ ਜਿੰਨੀ ਦੇਰ ਉਹਦਾ ਗਾਣਾ YouTube ਤੇ ਸ਼ੇਅਰ ਕੀਤਾ, ਰੀਲਾਂ ਬਣ ਰਹੀਆਂ, ਪੇਡ ਕੀਤਾ, ਉਸ ਤੋਂ ਬਾਅਦ ਖਤਮ ਹੈ। ਲੇਕਿਨ ਇਹ ਜਿਹੜਾ ਮਾਧਿਅਮ ਹੈ ਨਾ ਰੇਡੀਓ TV, ਇਹ ਦੁਨੀਆ ਖਤਮ ਹੋ ਜੂਗੀ, ਦੁਨੀਆ ਸਾਰੀ ਸਟਾਪ ਹੋ ਜੂਗੀ, ਇੰਟਰਨੈਟ ਬੰਦ ਹੋ ਜਾਣਗੇ, ਲੇਕਿਨ ਰੇਡੀਓ TV ਬੰਦ ਨਹੀਂ ਹੋਣਾ ਕਦੇ ਵੀ। ਇਹ ਇਨਫੋਰਮੇਸ਼ਨ ਹੈ ਆਫੀਸ਼ੀਅਲੀ ਕਿ ਇੰਡੀਆ ਗੌਰਮੈਂਟ ਜਾਂ ਕਹਿ ਲਓ ਇੰਡੀਆ ਦਾ ਸਿਸਟਮ ਜਿਹੜਾ ਕਦੇ ਬੰਦ ਨਹੀਂ ਹੋ ਸਕਦਾ। ਬਾਕੀ ਸਾਰਾ ਹੋ ਜੂਗਾ ਇੰਟਰਨੈਟ, ਲੇਕਿਨ ਰੇਡੀਓ TV ਜਿਹੜਾ ਇਹ ਬੰਦ ਨਹੀਂ ਹੋਣਾ। ਸੋ ਅਸੀਂ ਉਹਦੇ 'ਚ ਸਦਾ ਹੀ ਮਤਲਬ ਗਾਉਂਦੇ ਰਵਾਂਗੇ ਤੇ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਮਿਹਨਤ ਕੀਤੀ ਹੈ ਤੇ ਅੱਜ ਵੀ ਉਨਾ ਹੀ ਇਸ਼ਕ ਕਰਦਾ ਮੈਂ ਰੇਡੀਓ ਨੂੰ, TV ਨੂੰ, ਉਹਨਾਂ ਦੇ ਲੋਕਾਂ ਨੂੰ, ਪ੍ਰੋਡਿਊਸਰ ਸਾਹਿਬਾਨ ਜਿਨ੍ਹਾਂ ਨੇ ਇੱਥੋਂ ਤੱਕ ਸਾਨੂੰ ਪਹੁੰਚਾਇਆ, ਧੰਨਵਾਦ ਵੀ ਕਰਦੇ ਹਾਂ ਲੋਕਾਂ ਦਾ ਵੀ ਔਰ ਉਹਨਾਂ ਲੋਕਾਂ ਦਾ ਵੀ। ਠੀਕ ਹੈ ਜੀ ਸਿੱਧ ਸਾਹਿਬ, ਬਹੁਤ ਸਾਰੇ ਤੁਸੀਂ ਨਾਂ ਲਏ ਨੇ। ਤੁਹਾਡੀ ਮਿਊਜ਼ਿਕ ਡਾਇਰੈਕਸ਼ਨ ਦੇ ਨਾਲ ਬਹੁਤ ਸਾਰੇ ਜਿਹੜੇ ਸਿੰਗਰ ਨੇ ਉਹ ਸਥਾਪਿਤ ਹੋਏ ਨੇ, ਲੋਕਾਂ ਦੇ ਵਿੱਚ ਚਰਚਿਤ ਨਾਂ ਨੇ ਉਹਨਾਂ ਦੇ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਤੁਹਾਨੂੰ ਬਾਲੀਵੁੱਡ ਦੇ ਵਿੱਚ ਲਾਈਵ ਗਾਉਣ ਦਾ ਮੌਕਾ ਮਿਲਿਆ ਜੀ, ਪਹਿਲੇ ਕਲਾਕਾਰ ਹੋ ਤੁਸੀਂ। ਫਿਲਮਾਂ ਦੇ ਬਾਰੇ ਦੱਸੋ, ਫਿਲਮਾਂ ਦੇ ਵਿੱਚ ਕਿੰਨੇ ਕੁ ਕਲਾਕਾਰਾਂ ਨੂੰ, ਕਿੰਨੇ ਕੁ ਸਿੰਗਰਸ ਨੂੰ ਤੁਸੀਂ ਉਹਨਾਂ ਦਾ ਮਿਊਜ਼ਿਕ ਡਾਇਰੈਕਟ ਕੀਤਾ ਤੇ ਫਿਲਮਾਂ ਦੇ ਕੁਝ ਕੁ ਨਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਜੀ ਭਾਜੀ, ਮੈਂ ਜਿਹੜਾ ਤੁਸੀਂ ਬੰਬੇ ਦੀ ਗੱਲ ਕੀਤੀ ਹੈ ਤਾਂ ਹਾਂ ਬਾਲੀਵੁੱਡ ਦੀ ਗੱਲ ਕੀਤੀ ਹੈ ਤੁਸੀਂ, ਉਹ ਦੇਖੋ ਮੈਂ ਕਦੇ ਬਹੁਤੀ ਜ਼ਿਆਦਾ ਫਿਲਮਾਂ ਦੇ ਨਾਲ ਮੇਰਾ ਬਹੁਤਾ ਜ਼ਿਆਦਾ ਲਗਾਵ, ਦੇਖਣ ਦਾ ਬਹੁਤ ਲਗਾਵ ਰਿਹਾ। ਮੈਂ ਇੱਕ ਦਿਨ ਦੇ ਵਿੱਚ 3 ਸ਼ੋਅ ਵੀ ਦੇਖੇ ਆ ਜਦੋਂ ਮੈਂ ਬੱਚਾ ਹੁੰਦਾ ਸੀਗਾ। ਤੇ ਮੈਨੂੰ ਫਿਲਮਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਇਸ ਲਾਈਨ ਦੇ ਵਿੱਚ ਪਰਪੱਕ ਕਰਨ ਲਈ, ਚਾਹੇ ਉਹ ਫਿਲਮ ਤਾਨਸੈਨ ਹੋਵੇ, ਚਾਹੇ ਉਹ ਬੈਜੂ ਬਾਵਰਾ ਹੋਵੇ, ਚਾਹੇ ਮੁਗਲੇ ਆਜ਼ਮ ਹੋਵੇ, ਚਾਹੇ ਨਇਆ ਦੌਰ ਹੋਵੇ, ਹੈ ਨਾ। ਇਹ ਫਿਲਮਾਂ ਦੇਖ ਕੇ ਮਤਲਬ ਟਿਕਟ ਲਈ ਪੈਸੇ ਨਹੀਂ ਹੁੰਦੇ ਸੀ, ਕਈ ਵਾਰੀ ਮਗਰ ਸਿਨੇਮੇ ਦੇ ਜਾ ਕੇ ਕੰਨ ਲਾ ਕੇ ਉਹਨਾਂ ਦਾ ਮਿਊਜ਼ਿਕ ਸੁਣ ਕੇ, ਡਾਇਲੋਗ ਸੁਣ ਕੇ ਉਹ ਫਿਲਮਾਂ ਦੇਖੀਆਂ। ਤੇ ਮੈਨੂੰ ਇੱਕ ਬਹੁਤ ਵੱਡਾ ਚਾਂਸ ਉਦੋਂ ਮਿਲਿਆ ਜਦੋਂ 2000 ਦੇ ਵਿੱਚ ਇੱਕ ਮੇਰੀ ਟੇਪ ਆਈ ਸੀ ਜਿਹਦਾ ਟਾਈਟਲ ਹੀ ਸੀ ਸ਼ੀਸ਼ੇ ਕਾ ਦਿਲ, ਜਿਹਦੇ 'ਚ 7 ਗਾਣੇ ਜਿਹੜੇ ਹੈਗੇ ਆ ਉਹ ਪੰਜਾਬੀ ਸੀਗੇ ਤੇ 2 ਗਾਣੇ ਹਿੰਦੀ ਸੀਗੇ। ਉਹ ਮੇਰਾ ਐਕਸਪੈਰੀਮੈਂਟ ਸੀਗਾ ਔਰ ਉਹ ਜ਼ੀ ਮਿਊਜ਼ਿਕ ਨੂੰ ਪਸੰਦ ਆ ਗਿਆ ਤੇ ਜ਼ੀ ਮਿਊਜ਼ਿਕ ਨੇ ਉਸ ਟੇਪ ਨੂੰ ਰਿਲੀਜ਼ ਕੀਤਾ, ਮੈਨੂੰ ਰੱਜ ਕੇ ਪੈਸੇ ਵੀ ਦਿੱਤੇ। ਤੇ ਉਸ ਤੋਂ ਬਾਅਦ ਵੱਡੀ ਗੱਲ ਉਹਨਾਂ ਨੇ ਇਹ ਕੀਤੀ ਕਿ ਉਸ ਵਕਤ ਜਿਹੜਾ 2000 ਦੇ ਵਿੱਚ ਨਾ ਲਕਸ ਸਿਨੇ ਅਵਾਰਡ ਹੋਣਾ ਸੀਗਾ, ਕਹਿਣ ਲੱਗੇ ਕਿ ਇਹ ਪਹਿਲਾਂ ਦਲੇਰ ਮਹਿੰਦੀ ਸਾਹਿਬ ਨੇ ਉਹਦੇ 'ਚ ਪਰਫਾਰਮੈਂਸ ਕਰਨੀ ਸੀਗੀ, ਕਿਸੇ ਵਜ੍ਹਾ ਕਰਕੇ ਉਹਨਾਂ ਦੇ ਨਾਲ ਉਹ ਮਿਊਚੁਅਲ ਅੰਡਰਸਟੈਂਡਿੰਗ ਨਹੀਂ ਹੋਈ ਤੇ ਮੈਂ ਉੱਥੇ ਪਰਫਾਰਮੈਂਸ ਕੀਤੀ ਜਿਹਦੇ ਵਿੱਚ ਮੈਂ
ਇੱਕ ਪੰਜਾਬੀ ਦਾ ਫਿਊਜ਼ਨ ਕੀਤਾ ਸੀ ਬੰਗਾਲੀ ਆਰਟਿਸਟ ਨਾਲ, ਕਲਾਸੀਕਲ ਮਿਊਜ਼ਿਕ। ਮਿੱਤਰ ਪਿਆਰੇ ਕਾਰਨ ਨਹੀਂ ਮੈਂ ਰੋਜ਼ ਉਲਾਂਬੇ ਸਹਿਨੀਆਂ ਸਿਰਫ ਇੱਕ ਲਾਈਨ ਸੀ, ਲੇਕਿਨ ਉਹ 10 ਮਿੰਟ ਦੀ ਸਾਡੀ ਪਰਫਾਰਮੈਂਸ ਸੀਗੀ, ਇੱਕ ਦੂਜੇ ਨਾਲ ਜਹਿਦ ਕਰਕੇ ਸੁਰਾਂ ਦੀ, ਰਾਗ ਦੀ, ਤਾਲ ਦੀ, ਤਾਨਾਂ ਦੀ। ਸੋ ਪੂਰੀ ਇੰਡਸਟਰੀ ਅੱਗੇ ਬੈਠੀ ਸੀ। ਔਰ ਉੱਥੇ ਹੀ ਇੱਕ ਮੇਰਾ ਗਾਣਾ ਸ਼ੀਸ਼ੇ ਕਾ ਦਿਲ, ਜਿਹੜਾ ਅੱਜ ਦਾ ਇੱਕ ਜਿਹੜਾ ਬਹੁਤ ਵੱਡਾ ਡਾਇਰੈਕਟਰ ਤੇ ਕੋਰੀਓਗ੍ਰਾਫਰ ਹੈ ਰੈਮੋ ਡਸੂਜ਼ਾ, ਉਹ ਮੇਰੇ ਨਾਲ ਸਹਾਇਕ ਦੇ ਤੌਰ ਤੇ ਡਾਂਸ ਉਹਨਾਂ ਨੇ ਕੀਤਾ, ਉਸ ਵਕਤ ਸਟੋਰੀ ਐਕਟ ਕੀਤਾ ਸੀਗਾ। ਤੇ ਉਸ ਤੋਂ ਬਾਅਦ ਟੇਪ ਮਾਰਕੀਟ 'ਚ ਆਈ, ਔਰ ਮੇਰੀ ਗੈਰ ਪੰਜਾਬੀ ਲੋਕਾਂ ਦੇ ਵਿੱਚ ਵੀ ਜਿਹੜੀ ਬੜੀ ਪਛਾਣ ਬਣੀ। ਮੇਰੇ ਉਹ ਸ਼ੋਅ ਜਾਂ MTV VTV 'ਤੇ ਇੰਟਰਵਿਊਜ਼ ਹੁੰਦੀਆਂ ਸੀਗੀਆਂ, ਬੜੀ ਪ੍ਰਸਿੱਧੀ ਮਿਲੀ। ਲੇਕਿਨ ਉਹ ਬਦਕਿਸਮਤੀ ਵੀ ਇੱਕ ਰਹੀ ਕਿ ਉਦੋਂ ਬਾਅਦ ਜਦੋਂ ਉਹ ਟੇਪ ਮਾਰਕੀਟ 'ਚ ਆਉਂਦੀ ਹੈ ਤੇ ZTV ਦੀ ਕੋਈ ਆਪਸ ਵਿੱਚ ਪ੍ਰੋਬਲਮ ਆਈ, ਜਿਸ ਕਰਕੇ ਉਹ ਕੰਪਨੀ ਬੰਦ ਕਰ ਦਿੱਤੀ ਗਈ। ਔਰ ਉਸ ਵਕਤ ਮੈਂ ਜਸਪਿੰਦਰ ਨਰੂਲਾ ਜੀ ਨੂੰ ਉੱਥੇ ਸਾਈਨ ਕੀਤਾ ਸੀਗਾ, ਕਿਉਂਕਿ ਮੇਰੀ ਡਿਊਟੀ ਲੱਗੀ ਸੀ ਕਿ ਹੋਰ ਆਰਟਿਸਟ ਲੈ ਕੇ ਆਓ। ਔਰ ਪੂਰਨ ਚੰਦ ਵਡਾਲੀ ਜੀ ਨੂੰ ਮੈਂ ਲੈ ਕੇ ਗਿਆ ਸੀ, ਕਰਤਾਰ ਰਮਲਾ ਜੀ ਨੂੰ ਮੈਂ ਲੈ ਕੇ ਗਿਆ ਸੀਗਾ, ਪੰਮੀ ਬਾਈ ਨੂੰ ਉੱਥੇ ਲੈ ਕੇ ਗਿਆ ਸੀ। ਸੋ ਬੜੇ ਆਰਟਿਸਟਾਂ ਨੂੰ ਲੈ ਕੇ ਗਏ ਕਿ ਸਾਰੇ ਲੋਕਾਂ ਨੂੰ ਆਪਾਂ ਜੋੜਨਾ ਹੈ। ਪਰ ਉਸ ਤੋਂ ਬਾਅਦ ਫਿਰ ਉਹ ਕੰਪਨੀ ਜਦੋਂ ਬੰਦ ਹੋ ਗਈ ਤੇ ਉਹਨਾਂ ਨੇ ਸਾਡੇ ਜਿਹੜੇ ਐਗਰੀਮੈਂਟ ਸੀਗੇ ਉਹ ਟਰਮੀਨੇਟ ਕਰ ਦਿੱਤੇ ਸੀਗੇ। ਸੋ ਉਸ ਤੋਂ ਬਾਅਦ ਉੱਥੇ ਪਾਣੀ ਆ ਗਿਆ ਬਹੁਤ ਜ਼ਿਆਦਾ। 2001 ਜਾਂ 2 ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਉਂਦਾ ਹੈ ਤੇ ਜਿਹੜੇ ਘਰ ਸੀ ਸਾਡੇ ਉਹ ਬਿਲਕੁਲ ਬੈੱਡ ਵੀ ਉੱਪਰ ਤਰ ਰਹੇ ਸੀ, TV ਵੀ ਉੱਪਰ ਤਰ ਰਹੇ ਸੀਗੇ। ਮੈਨੂੰ ਯਾਦ ਹੈ ਕਿ ਮੈਂ ਕੱਛੇ ਦੇ ਵਿੱਚ ਜਿਹੜਾ ਹੈਗਾ ਸੂਰਤ ਤੱਕ ਮੈਂ ਮਤਲਬ ਸਿਰਫ ਮੇਰੇ ਹੱਥ 'ਚ ਇੱਕ ਬੈਗ ਸੀ ਭਿੱਜਿਆ ਹੋਇਆ ਵਿਆ, ਤੇ ਉਹੀ ਮੇਰੇ ਕੱਪੜੇ ਪਾਏ ਸੀ। ਮੈਨੂੰ ਇਹ ਸੀ ਕਿ ਮੈਂ ਨਿਕਲ ਜਾਵਾਂ ਇੱਥੋਂ ਕਿਸੇ ਵੀ ਤਰੀਕੇ ਨਾਲ, ਤੇ ਮਾਲ ਗੱਡੀਆਂ 'ਚ ਬੈਠ ਕੇ ਜਿਹੜਾ ਮਤਲਬ ਮੈਂ ਪੰਜਾਬ 'ਚ ਪਹੁੰਚਿਆ ਸੀ। ਉਦੋਂ ਬਾਅਦ ਫਿਰ ਮੇਰਾ ਮਨ ਨਹੀਂ ਕੀਤਾ ਉੱਥੇ ਜਾਣ ਨੂੰ, ਲੇਕਿਨ ਫਿਲਮਾਂ ਫਿਰ ਕੀਤੀਆਂ ਬਹੁਤ, ਜਿੱਦਾਂ ਟਰੱਕ ਡਰਾਈਵਰ ਗੁੱਗੂ ਗਿੱਲ ਭਾਜੀ ਉਹਨਾਂ ਦੀ, ਜ਼ੋਰਾਵਰ, ਪੁਰਜਾ ਕੱਟ ਮਰੇ, ਲੋਹੜੀ ਦੀ ਰਾਤ, ਹੋਇਆ ਪੁੱਤ ਜਵਾਨ, ਚੜ੍ਹਦਾ ਸੂਰਜ। ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਫਿਲਮਾਂ ਦੇ ਵਿੱਚ ਵੀ ਲੋਕਾਂ ਨੇ ਮਤਲਬ ਗਾਣੇ ਗਵਾਏ। ਹੁਣ ਵੀ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਇੱਕ ਫਿਲਮ ਆ ਰਹੀ ਹੈ, ਜਿਸ ਵਿੱਚ ਮਿਊਜ਼ਿਕ ਮੈਂ ਕੀਤਾ, ਟਾਈਟਲ ਸੌਂਗ ਹੈ। ਜਾਵੇਦ ਬਸ਼ੀਰ ਪਾਕਿਸਤਾਨ ਦੇ ਬਹੁਤ ਵੱਡੇ ਸਿੰਗਰ ਨੇ, ਕਲਾਸੀਕਲ ਸਿੰਗਰ ਨੇ। ਹਰਸ਼ਦੀਪ ਬਾਲੀਵੁੱਡ ਦੀ ਬੜੀ ਵੱਡੀ ਆਰਟਿਸਟ ਹੈ, ਉਹਨਾਂ ਦੇ ਨਾਲ ਇੱਕ ਗੀਤ ਹੈ ਜਿਹੜਾ ਤਿੰਨਾਂ ਨੇ ਗਾਇਆ ਵੀ ਹੈ ਔਰ ਮੈਂ ਕੰਪੋਜ਼ ਕੀਤਾ, ਜਿਸ ਦਾ ਟਾਈਟਲ ਹੈ ਬੰਦਿਆ। ਉਹ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਅੱਜ ਇਨਸਾਨ ਮਤਲਬ ਉਹਨੂੰ ਕਹਿ ਦਈਏ ਆਪਾਂ ਕਿ ਟਰਾਂਸਪੋਰਟ ਦੇ ਨਾਲ ਉਸ ਗਾਣੇ ਨੂੰ ਅਸੀਂ ਰਿਲੇਟ ਕੀਤਾ ਕਿ ਜਿਸ ਤਰ੍ਹਾਂ ਟਰਾਂਸਪੋਰਟ ਹੈ ਜਾਂ ਗੱਡੀਆਂ ਚੱਲਦੀਆਂ, ਲਾਈਟਾਂ ਆਉਂਦੀਆਂ, ਹੰਪ ਆਉਂਦੇ ਆ ਇਨਸਾਨ ਦੀ ਜ਼ਿੰਦਗੀ 'ਚ, ਇੱਦਾਂ ਰੈੱਡ ਲਾਈਟ ਵੀ ਆਉਂਦੀ ਹੈ ਤੇ ਗ੍ਰੀਨ ਲਾਈਟ ਵੀ ਆਉਂਦੀ ਹੈ, ਤੁਹਾਡੇ ਐਕਸੀਡੈਂਟ ਵੀ ਹੁੰਦੇ ਆ, ਲੇਕਿਨ ਤੁਸੀਂ ਸਫ਼ਰ 'ਤੇ ਵੀ ਪਹੁੰਚਦੇ ਹੋ। ਬੜੀ ਅੱਛੀ ਚੀਜ਼ ਹੈ, ਮਤਲਬ ਰੂਹਾਨੀਅਤ ਕਹਿ ਦਈਏ, ਜਿੱਦਾਂ ਇੱਕ ਸੂਫੀ ਚੀਜ਼ ਜਗਮੀਤ ਬਲ ਜੀ ਉਹਨਾਂ ਦਾ ਲਿਖਿਆ ਹੋਇਆ। ਸੋ ਉਹ ਬੜਾ ਵੱਡਾ ਗੀਤ ਹੈ ਔਰ ਫਿਲਮ ਦੇ ਵਿੱਚ ਬਾਰ-ਬਾਰ ਵੱਜਦਾ ਗੀਤ, ਉਹ ਟਾਈਟਲ ਸੌਂਗ ਹੈ, ਟਾਈਟਲ ਉਹਦਾ ਬੰਦਿਆ। ਸੋ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਜਸਵਿੰਦਰ ਭੱਲਾ ਜੀ ਦਾ ਬੇਟਾ, ਉਹਨਾਂ ਨੇ ਉਹਦੇ 'ਚ ਪ੍ਰੈਜ਼ੈਂਟ ਕੀਤਾ ਸੀਗਾ। ਸੋ ਮੇਰਾ ਖਿਆਲ ਹੈ ਇਹਨਾਂ ਦਿਨਾਂ 'ਚ ਫਿਲਮ 18 ਤਰੀਕ ਨੂੰ ਰਿਲੀਜ਼ ਹੋਣੀ ਸੀ, ਲੇਕਿਨ ਉਹ ਗਦਰ ਪਾਇਆ ਚਾਰੇ ਪਾਸੇ, ਸ਼ਾਇਦ ਉਹਦੇ ਕਰਕੇ ਮੈਨੂੰ ਲੱਗਦਾ ਉਹਨਾਂ ਨੇ ਥੋੜ੍ਹੀ ਜਿਹੀ ਡਿਲੇ ਕੀਤੀ ਹੈ। ਠੀਕ ਹੈ ਸਿੱਧ ਸਾਹਿਬ, ਤੁਹਾਡੇ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਸਿੰਗਰ, ਮਿਊਜ਼ਿਕ ਡਾਇਰੈਕਟਰ, ਕੰਪੋਜ਼ਰ ਨਿਰਮਲ ਸਿੱਧੂ ਉਹਨਾਂ ਦੇ ਨਾਲ। ਗੱਲਬਾਤ ਜਾਰੀ ਰਹੇਗੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਹੋ ਮੈਂ ਸੁਣਿਆ ਸੀ ਬੰਦਾ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦਾ ਸੀ, ਮੈਂ ਸੁਣਿਆ ਏ ਬੰਦਾ ਪਹਿਲਾਂ ਓਏ ਜੰਗਲਾਂ ਦੇ ਵਿੱਚ ਰਹਿੰਦਾ ਸੀ, ਨਾ ਤਨ ਉੱਤੇ ਕੱਪੜਾ ਸੀ ਨਾ ਹੋ ਗੱਡੀਆਂ ਦੇ ਵਿੱਚ ਬਹਿੰਦਾ ਸੀ। ਇਸ ਸਚਾਈ ਵਿੱਚ ਇਤਿਹਾਸ ਦੇ ਉਹ ਲਿਖੀ ਹੈ ਕਈਆਂ ਨੇ, ਬਾਂਦਰ ਤੋਂ ਬਣ ਗਿਆ ਬੰਦਾ ਆਦਤਾਂ ਓਯੋ ਰਹੀਆਂ ਨੇ, ਬਾਂਦਰ ਤੋਂ ਬਣ ਗਿਆ ਬੰਦਾ ਆਦਤਾਂ ਓਯੋ ਰਹੀਆਂ ਨੇ, ਆਦਤਾਂ ਓਯੋ ਰਹੀਆਂ ਨੇ। ਦੋਸਤੋ, ਵਤਨ TV ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਆਪ ਸਭ ਨੂੰ ਨਿੱਘੀ ਜੀ ਆਇਆਂ। ਅੱਜ ਸਾਡੇ ਸਟੂਡੀਓ ਵਿੱਚ ਸਾਡੇ ਦਰਮਿਆਨ ਹਾਜ਼ਰ ਨੇ ਸਿੰਗਰ, ਮਿਊਜ਼ਿਕ ਡਾਇਰੈਕਟਰ ਤੇ ਕੰਪੋਜ਼ਰ ਨਿਰਮਲ ਸਿੱਧੂ ਹੁਣੀ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਗੱਲਬਾਤ ਨੂੰ ਜਾਰੀ ਕਰਦੇ ਹਾਂ ਜੀ। ਸਿੱਧੂ ਸਾਹਿਬ, 2002 ਦੇ ਵਿੱਚ ਤੁਹਾਨੂੰ ਮੁਹੰਮਦ ਰਫੀ ਅਵਾਰਡ ਦੇ ਨਾਲ ਨਵਾਜਿਆ ਗਿਆ, ਹੋਰ ਬਹੁਤ ਸਾਰੇ ਅਵਾਰਡ ਤੁਹਾਨੂੰ ਮਿਲੇ। ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ, ਹੋਰ ਅਵਾਰਡ ਕਿਹੜੇ ਕਿਹੜੇ ਮਿਲੇ ਨੇ? ਅਵਾਰਡ ਸਿੱਧੂ ਸਾਹਿਬ ਇਸ ਤਰ੍ਹਾਂ ਵੀ ਬਹੁਤ ਮਿਲੇ ਹੈ,
ਤੇ ਬੜੇ ਲੈ ਸਕਦੇ ਆ, ਜਿੰਨੇ ਚਾਹੀਏ ਉਹਨੇ ਲੈ ਸਕਦੇ ਆ। ਪਰ ਮੈਂ ਜਿਹੜਾ ਅਵਾਰਡ ਮੈਨੂੰ ਮਿਲਿਆ ਹੈ, ਉਸ ਅਵਾਰਡ ਦੀ ਨਾ ਤਾਂ ਕੋਈ ਕੀਮਤ ਹੈ, ਨਾ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਆ, ਯਾਨੀ ਕਿ ਕੋਈ ਜਗ੍ਹਾ ਨਹੀਂ ਚਾਹੀਦੀ ਉਹਦੇ ਲਈ ਕਿ ਮੈਨੂੰ ਇਸ ਜਗ੍ਹਾ 'ਤੇ ਰੱਖਣਾ। ਅੱਜ ਕੱਲ੍ਹ ਕਲਾਕਾਰ ਇਹੀ ਕਹਿੰਦੇ ਆ ਕਿ ਸਾਡੇ ਕੋਲ ਇੰਨੇ ਅਵਾਰਡ ਸ਼ੀਲਡਾਂ ਪਈਆਂ ਵੀ ਆਪਣੇ ਰਹਿਣ ਲਈ ਜਗ੍ਹਾ ਨਹੀਂ, ਤੇ ਉਹ ਕਿੱਥੇ ਰੱਖੀਏ। ਇਹ ਗੱਲ ਬਿਲਕੁਲ ਸੱਚਾਈ ਹੈ। ਪਰ ਉਹਨਾਂ ਦੀ ਆਪਣੀ ਬੁਨਿਆਦ ਹੁੰਦੀ ਹੈ, ਕੋਈ 5 ਸਾਲ ਬਾਅਦ ਖਰਾਬ ਹੋ ਜਾਂਦਾ, ਕੋਈ ਲੱਕੜ ਹੁੰਦੀ ਹੈ ਉਹਨੂੰ ਘੁਣ ਲੱਗ ਜਾਂਦਾ। ਪਰ ਮੈਨੂੰ ਜਿਹੜਾ ਸਰੋਤਿਆਂ ਨੇ ਅਵਾਰਡ ਦਿੱਤਾ ਹੈ ਕਿ ਮੈਨੂੰ ਪਿਛਲੇ 40 ਸਾਲ ਤੋਂ, ਚਾਹੇ ਮੈਂ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਚਾਹੇ ਮੈਂ ਸਿੰਗਰ ਦੇ ਤੌਰ 'ਤੇ, ਚਾਹੇ ਮੈਂ ਰਾਈਟਰ ਦੇ ਤੌਰ 'ਤੇ, ਚਾਹੇ ਮੈਂ ਪਰਫਾਰਮਰ ਦੇ ਤੌਰ 'ਤੇ, ਚਾਹੇ ਪ੍ਰੋਡਿਊਸਰ ਦੇ ਤੌਰ 'ਤੇ, ਚਾਹੇ ਟੀਚਰ ਦੇ ਤੌਰ 'ਤੇ, ਕਿਉਂਕਿ ਮੇਰੇ ਕਾਫੀ ਸਾਰੇ ਸ਼ੋਬੇ ਆ ਮੇਰੇ, ਉਹਦੇ ਵਿੱਚ ਲੋਕਾਂ ਨੇ ਮੈਨੂੰ ਅਜੇ ਤੱਕ ਵੀ ਉਨਾ ਹੀ ਪਿਆਰ ਦਿੱਤਾ ਹੈ। ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਗਾਇਕੀ ਹੈ ਜਾਂ ਜਿਹੜੇ ਅੱਜ ਕੱਲ੍ਹ ਗਾਇਕ ਦੀ ਉਮਰ ਹੈ ਨਾ, ਉਹ ਆਪਾਂ ਸਾਰੇ ਜਾਣਦੇ ਹਾਂ ਵੀ ਸਾਲ 2 ਸਾਲ 3 ਸਾਲ 4 ਸਾਲ 5 ਸਾਲ, ਕਿਉਂਕਿ ਗਾਣੇ ਦੀ ਉਮਰ ਹੀ ਜਿਹੜੀ 1 ਹਫ਼ਤਾ 10 ਦਿਨ ਹੈ। ਬਹੁਤ ਘੱਟ ਐਸੇ ਗਾਣੇ ਹੈ ਜਿਨ੍ਹਾਂ ਨੂੰ ਮਤਲਬ ਲੋਕ ਪ੍ਰਵਾਨ ਕਰਦੇ ਆ। ਨਹੀਂ ਤਾਂ ਗਾਣਾ ਆਉਂਦਾ ਹੈ ਸਿਰਫ ਇਹ ਹੈ ਵੀ ਨਵਾਂ ਗਾਣਾ ਆਇਆ, ਨਾ ਹੀ ਉਹ ਤਾਂ ਨਵਾਂ ਗਾਣਾ ਹੈ, ਹਫ਼ਤੇ ਬਾਅਦ ਉਹ ਕਲਾਕਾਰ ਵੀ ਭੁੱਲ ਜਾਂਦਾ ਵੀ ਮੇਰਾ ਕਿਹੜਾ ਗਾਣਾ ਆਇਆ, ਕਿਉਂਕਿ ਅਗਲੇ ਹਫ਼ਤੇ ਉਹਦਾ ਇੱਕ ਹੋਰ ਗਾਣਾ ਆਇਆ ਪਿਆ। ਸੋ ਮਿਆਰ ਨਹੀਂ ਰਹਿ ਗਿਆ ਇਸ ਚੀਜ਼ ਦਾ। ਪਰ ਮੈਂ ਸਮਝਦਾ ਕਿ ਅੱਜ ਵੀ ਮੇਰੇ ਸਰੋਤੇ ਮੈਨੂੰ ਜਿਹੜਾ ਪਿਆਰ ਕਰਦੇ ਹੈ, ਮੈਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਬੁਲਾਉਂਦੇ ਨੇ, ਮੈਂ ਉੱਥੇ ਜਾਂਦਾ ਹੈ, ਮੈਂ ਆਪਣੀ ਪਰਫਾਰਮੈਂਸ ਕਰਦਾ ਔਰ ਉੱਥੋਂ ਜਿਹੜਾ ਮੈਨੂੰ ਸਤਿਕਾਰ ਮਿਲਦਾ, ਉੱਥੇ ਜਾ ਕੇ ਮੈਨੂੰ ਪਤਾ ਲੱਗਦਾ ਕਿ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਹੈ ਨਾ। ਮੈਂ ਤੁਹਾਡੇ ਕੋਲ ਆਇਆ ਅਤੇ ਇੱਥੇ ਮੈਨੂੰ ਕਿੰਨੇ ਪਰਸਨ ਐਸੇ ਮਿਲੇ ਆ ਜਿਨ੍ਹਾਂ ਨੇ ਮੈਨੂੰ ਮੇਰਾ ਪਿਛਲਾ ਜਿਹੜੀ ਬੈਕਗਰਾਊਂਡ ਆ ਮੈਨੂੰ ਯਾਦ ਕਰਾਤੀ, ਜਿਹੜੀਆਂ ਮੈਂ ਭੁੱਲਿਆ ਸੀ ਸ਼ਾਇਦ ਮੈਂ। ਇਹ ਪਿਆਰ ਜਿਹੜਾ, ਇਹ ਸਤਿਕਾਰ ਹੈ, ਇਹ ਅਵਾਰਡ ਜਿਹੜਾ, ਇਹ ਕਿਸੇ ਕੀਮਤ 'ਤੇ ਮੈਂ ਖਰੀਦ ਨਹੀਂ ਸਕਦਾ, ਅਤੇ ਨਾ ਹੀ ਮੈਂ ਕਦੇ ਇਸ ਤੋਂ ਪਹਿਲਾਂ ਖਰੀਦੇ ਆ ਅਤੇ ਨਾ ਮੈਂ ਹੁਣ ਖਰੀਦ ਸਕਦਾ। ਸੋ ਮੈਂ ਸਮਝਦਾ ਕਿ ਇਹ ਸਤਿਕਾਰ ਜਿਹੜਾ, ਇਹ ਮੇਰੇ ਲਈ ਸਭ ਤੋਂ ਵੱਡਾ, ਅਤੇ ਇਹ ਅਵਾਰਡ ਮੇਰੇ ਲਈ ਸਭ ਤੋਂ ਵੱਡਾ ਹੈ। ਬਿਲਕੁਲ ਸਿੱਧੂ ਸਾਹਿਬ, ਬਿਲਕੁਲ ਸਹੀ ਤੁਸੀਂ ਆਖਿਆ। ਇਹ ਅੱਜ ਕੱਲ੍ਹ ਕੁਝ ਕੁ ਸਿੰਗਰ ਆਉਂਦੇ ਨੇ, ਉਹਨਾਂ ਦੇ ਵੀਡੀਓ ਦੇ ਉੱਤੇ ਲੱਖਾਂ ਹੀ ਰੁਪਈਏ ਖਰਚ ਕੇ ਤੇ ਵਧੀਆ ਵੀਡੀਓ ਬਣਾ ਲੈਂਦੇ ਨੇ। ਆਵਾਜ਼ ਤਾਂ ਠੀਕ ਹੈ, ਜੇ ਕੋਈ ਸਿੰਗਰ ਹੈ ਤਾਂ ਉਹ ਗਾਉਂਦਾ ਹੈ, ਪਰ ਕੁਝ ਕੁ ਚਿਰ ਪਿੱਛੋਂ ਉਹਨਾਂ ਦੇ ਜਿਹੜੇ ਗੀਤ ਨੇ ਉਹ ਅਲੋਪ ਹੋ ਜਾਂਦੇ ਨੇ। ਤੁਹਾਡਾ ਗੀਤ 1987 ਦੇ ਵਿੱਚ ਤੁਸੀਂ ਜਲੰਧਰ ਦੂਰਦਰਸ਼ਨ 'ਤੇ ਗਾਇਆ, ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ ਤੇ ਕਦੇ ਕਦੇ ਖੇਡ ਲਿਆ ਕਰੀ, ਅੱਜ ਵੀ ਸੱਜਰਾ ਲੱਗਦਾ ਹੈ, ਲੋਕਾਂ ਦੇ ਚੇਤੇ ਹੈ ਗੀਤ। ਤੁਸਾਂ ਨੇ ਬਾਬਾ ਫਰੀਦ ਮਿਊਜ਼ਿਕ ਅਕੈਡਮੀ ਦੇ ਵਿੱਚ ਪੜ੍ਹਾਇਆ, ਫਿਰ ਰਬਾਬ ਮਿਊਜ਼ਿਕ ਇੰਸਟੀਚਿਊਟ ਜਲੰਧਰ ਦੇ ਵਿੱਚ ਖੋਲ੍ਹਿਆ, ਅਤੇ ਇਸ ਨੂੰ ਕੰਟੀਨਿਊ ਕਰ ਰਹੇ ਹੋ ਅਤੇ ਕਿਵੇਂ ਕਰ ਰਹੇ ਹੋ, ਕਿੱਥੇ ਕਰ ਰਹੇ ਹੋ? ਹਾਂਜੀ ਭਾਅ ਜੀ, ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਨੂੰ ਜਦੋਂ ਮੇਰੇ ਉਸਤਾਦ ਜੀ ਨੇ ਸਿਖਾਉਣਾ ਸ਼ੁਰੂ ਕੀਤਾ ਸੀ, ਅਤੇ ਮੈਂ ਉਦੋਂ ਕੁਛ ਦੇਣ ਜੋਗਰਾ ਨਹੀਂ ਸੀ ਉਹਨਾਂ ਨੂੰ, ਅਤੇ ਉਹ ਮਤਲਬ ਕਾਫੀ ਵੱਡੇ ਉਸਤਾਦ ਸੀਗੇ, ਬੜੇ ਟੈਲੈਂਟਡ ਉਸਤਾਦ ਸੀ, ਉਹਨਾਂ ਕੋਲ ਟਾਈਮ ਹੀ ਨਹੀਂ ਸੀਗਾ, ਖੁਦ ਸਰਵਿਸ ਵੀ ਕਰਦੇ ਸੀਗੇ। ਪਰ ਉਹਨਾਂ ਨੇ ਮੈਨੂੰ ਮੇਰਾ ਟੈਲੈਂਟ ਦੇਖ ਕੇ ਮੈਨੂੰ ਕਿਹਾ ਕਿ ਮੈਂ ਤੈਨੂੰ ਸਿਖਾਊਂਗਾ, ਲੇਕਿਨ ਉਹਦੇ 'ਚ ਪ੍ਰੋਮਿਸ ਇਹ ਕਰ ਵੀ ਜਦੋਂ ਤੂੰ ਸਿੱਖ ਗਿਆ ਅਤੇ ਤੂੰ ਲੋਕਾਂ ਨੂੰ ਜਿਨ੍ਹਾਂ ਤੋਂ ਲੈਣੇ ਆ ਉਹਨਾਂ ਤੋਂ ਲੈ ਵੀ ਲਵੀਂ, ਪਰ ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਤੂੰ ਸਿਖਾਏਂਗਾ। ਸੋ ਮੈਨੂੰ ਸ਼ੌਕ ਹੈ ਬਹੁਤ ਸੰਗੀਤ ਵੰਡਣ ਦਾ, ਅਤੇ ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸੰਗੀਤ ਵੰਡਦਾ। ਅਤੇ ਹੁਣ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਘੁੰਮਣਾ ਫਿਰਨਾ ਪੈਂਦਾ ਹੈ ਨਾ, ਸਫ਼ਰ ਬਹੁਤ ਕਰੀਦਾ, ਸੋ ਮੈਂ ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਸਿਖਾ ਸਕਦਾ। ਪਰ ਔਨਲਾਈਨ ਮਿਊਜ਼ਿਕ ਅਕੈਡਮੀ ਮੇਰੀ, ਉਹਦਾ ਨਾਮ ਹੈ ਨੋਮਾ, ਨਿਰਮਲ ਸਿੱਧੂ ਔਨਲਾਈਨ ਮਿਊਜ਼ਿਕ ਅਕੈਡਮੀ, ਜਿਹੜੀ ਹੁਣ ਵੀ ਆ, ਔਰ ਹੁਣ ਵੀ ਪੂਰੀ ਦੁਨੀਆ ਦੇ ਵਿੱਚੋਂ ਬੱਚੇ ਜਿਹੜੇ ਹੈਗੇ ਆ ਔਨਲਾਈਨ ਮੇਰੇ ਕੋਲੋਂ ਸਿੱਖਦੇ ਆ। ਮੈਂ ਔਨਲਾਈਨ ਕਲਾਸਿਸ ਜਿਹੜੀਆਂ ਤਕਰੀਬਨ ਇੱਕ ਹਫ਼ਤੇ ਦੇ ਵਿੱਚ 4-5 ਬੱਚਿਆਂ ਨੂੰ ਮੈਂ ਕਲਾਸਿਸ ਦਿੰਦਾ, ਫਿਰ ਅਗਲੇ ਹਫ਼ਤੇ ਵਿੱਚ 4-5 ਦੂਜੇ ਬੱਚੇ ਉਹਨਾਂ ਨੂੰ ਕਲਾਸਿਸ ਦਿੰਦਾ। ਔਰ ਕਈ ਵਾਰੀ ਫਿਰ ਉਹ ਬੱਚੇ ਜਦੋਂ ਪਰਫੈਕਟ ਹੋ ਜਾਂਦੇ ਆ ਤਾਂ ਉਹਨਾਂ ਬੱਚਿਆਂ ਨੂੰ ਫਿਰ ਮਤਲਬ ਰਿਕਾਰਡ ਕਰਕੇ ਉਹਨਾਂ ਬੱਚਿਆਂ ਨੂੰ ਮਾਰਕੀਟ ਦੇ ਵਿੱਚ ਲਾਂਚ ਕਰਨਾ, ਅੱਛੇ ਤਰੀਕੇ ਨਾਲ ਲਾਂਚ ਕਰਨਾ, ਕਿਉਂਕਿ ਜ਼ਿਆਦਾਤਰ ਬੱਚੇ ਸਿੱਖ ਲੈਂਦੇ ਆ, ਗਾਣਾ ਰਿਕਾਰਡ ਤੱਕ ਮਿਊਜ਼ਿਕ ਡਾਇਰੈਕਟਰ ਕਰ ਦਿੰਦਾ, ਲੇਕਿਨ ਉਹ ਮਿਊਜ਼ਿਕ ਡਾਇਰੈਕਟਰ ਉਸ ਤੋਂ ਬਾਅਦ ਚੁੱਪ ਕਰ ਜਾਂਦਾ ਕਿ ਮੇਰੀ ਜੌਬ ਖਤਮ ਹੋ ਗਈ। ਸੋ ਮੈਂ ਇਹਨੂੰ ਜੌਬ ਨਹੀਂ ਸਮਝਦਾ ਇਕੱਲਾ, ਮੈਂ ਇਹਨੂੰ ਬੰਦਗੀ ਸਮਝ ਕੇ ਕਿ ਜੇ ਬੱਚੇ ਨੂੰ ਸ਼ੁਰੂ ਕੀਤਾ ਅਤੇ ਉਸ ਬੱਚੇ ਨੂੰ ਮੈਨੂੰ ਵੀ ਕਿਸੇ ਨੇ ਹੱਥ ਫੜ ਕੇ ਤੋਰਿਆ ਅਤੇ ਉਸ ਬੱਚੇ ਨੂੰ ਹੱਥ ਫੜ ਕੇ ਤੋਰਨਾ। ਅਤੇ ਜਿਨ੍ਹਾਂ ਵਿੱਚੋਂ ਅੱਜ ਵੀ ਬੜੇ ਐਸੇ ਬੱਚੇ ਆ ਜਿਨ੍ਹਾਂ ਨੂੰ ਮਤਲਬ ਮੈਂ ਆਪਣੀ ਫੇਸਬੁੱਕ ਦੇ ਉੱਤੇ ਹੀ, ਮੈਂ ਪਿੱਛੇ ਜੇ 1-2 ਰਾਈਟਰ, ਜਿਹੜੇ ਇੱਕ ਰਾਈਟਰ ਮੇਰੇ ਕੋਲ ਘਰ ਆ ਗਿਆ ਕੰਮ ਕਰਨ ਵਾਸਤੇ, ਮਜ਼ਦੂਰੀ ਕਰਦਾ ਸੀਗਾ, ਉਹਨੇ 400 ਰੁਪਈਆ ਹੀ ਲੈਣਾ ਸੀਗਾ, ਅਤੇ ਉਹਨੇ ਮੈਨੂੰ ਕਿਹਾ ਜੀ ਕਿ ਮੈਂ ਤੁਹਾਡਾ ਫੈਨ ਹੈ, ਮੈਂ ਗੀਤ ਲਿਖਦਾ, ਅਤੇ ਮੇਰੀ ਇੱਕ ਤਮੰਨਾ ਹੈ ਵੀ ਜੇ ਤੁਸੀਂ ਮੇਰੀ ਕੋਈ ਕਵਿਤਾ ਆਪਦੀ ਫੇਸਬੁੱਕ ਦੇ ਉੱਤੇ ਪਾ ਦਿਓ ਅਤੇ ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਬਣ ਜੂਗੀ, ਲੋਕ ਮੈਨੂੰ ਜਾਣਨਗੇ। ਹੁਣ ਤਾਂ ਮੈਨੂੰ ਜਾਣਦਾ ਹੀ ਕੋਈ ਨਹੀਂ, ਨਾ ਮੇਰੀ ਫੇਸਬੁੱਕ ਆਈਡੀ ਹੈਗੀ ਹੈ। ਅਤੇ ਮੈਂ ਸਾਰਾ ਦਿਨ ਉਹਨੇ ਮੈਨੂੰ ਕਹੀ ਗਿਆ, ਮੈਂ ਕਿਹਾ ਤੂੰ ਕੰਮ ਕਰ, ਕੋਈ ਨਹੀਂ ਆਪਾਂ ਐਂਡ 'ਤੇ ਬੈਠਦੇ ਹਾਂ। ਫਿਰ ਐਂਡ ਦੇ ਉੱਤੇ ਚਾਹ ਪੀਣ ਲੱਗੇ ਜਦੋਂ ਜਾਣਾ ਸੀ ਉਹਨੇ, ਅਤੇ ਮੈਂ ਕਿਹਾ ਚੱਲ ਮੈਂ ਮੋਬਾਈਲ ਕੱਢਿਆ, ਮੈਂ ਕਿਹਾ ਸੁਣਾ। ਉਹਨੇ ਇੱਕ ਕਵਿਤਾ ਸੁਣਾਈ, ਉਹਦਾ ਨਾਮ ਵੀ ਚਮਕੌਰ ਸਿੰਘ ਟਹਿਣਾ, ਸਾਡੇ ਪਿੰਡ ਦਾ ਹੀ ਸੀਗਾ ਉਹ ਮੁੰਡਾ, ਗਰੀਬ ਘਰ ਦਾ ਮੁੰਡਾ ਸੀਗਾ, ਅਤੇ ਮੈਂ ਇੱਕ ਵੀਡੀਓ ਬਣਾਈ, ਉਹ ਵੀਡੀਓ ਬਣਾ ਕੇ ਮੈਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾ ਦਿੱਤੀ, ਅਤੇ ਪਾ ਕੇ ਠੀਕ ਹੈ ਮੈਂ ਲਿਖ ਦਿੱਤਾ ਜੋ ਲਿਖਣਾ ਸੀ, ਅੱਛਾ ਉਹਦੇ ਬਾਰੇ ਲਿਖ ਦਿੱਤਾ ਵੀ ਇਸ ਬੱਚੇ ਦੀ ਹੈਲਪ ਕਰੋ। ਦਿਨ ਚੜ੍ਹਿਆ ਅਤੇ ਮੈਂ ਤਾਂ ਅਜੇ ਸੁੱਤਾ ਪਿਆ ਸੀ, ਉਹ ਮੇਰੇ ਬਾਰ ਮੂਹਰੇ ਆ ਕੇ ਖੜ੍ਹ ਗਿਆ, ਅਤੇ ਉਹ ਹੱਥ 'ਚ ਉਹਦੇ ਡੱਬਾ ਫੜਿਆ। ਮੈਂ ਕਿਹਾ ਕਿੱਦਾਂ? ਕਹਿੰਦਾ ਜੀ ਮੈਨੂੰ ਤਾਂ ਸਾਰੀ ਰਾਤ ਸੌਣ ਨਹੀਂ ਦਿੱਤਾ ਲੋਕਾਂ ਨੇ,
ਮੈਂ ਕਿਹਾ ਕਿੱਦਾਂ? ਕਹਿੰਦਾ ਜੀ ਮੈਨੂੰ ਤਾਂ ਸਨੇਹ ਸਰਪੰਚੀ ਮੈਨੂੰ ਤਾਂ ਦੇਈ ਗਿਆ, ਉਹ ਤੈਨੂੰ ਉਹ ਵੀ ਕਹਿੰਦਾ ਮਿਲ ਕੇ ਜਾ ਮਿਲ ਕੇ ਜਾ। ਮੈਂ ਕਿਹਾ ਕੀ ਗੱਲ? ਕਹਿੰਦਾ ਕੱਲ ਤੁਸੀਂ ਪੋਸਟ ਪਾਈ ਸੀ, ਤੁਸੀਂ ਹੈਰਾਨ ਮੰਨੋਗੇ ਜੀ 2 ਮਿਲੀਅਨ ਵਿਊਜ਼, 20 ਲੱਖ ਵਿਊਜ਼ ਉਹਦੇ ਉਸ ਛੋਟੀ ਜਿਹੀ ਪੋਸਟ ਦੇ ਹੋ ਗਏ, ਜਿਸ ਕਰਕੇ ਉਹ ਬੰਦੇ ਨੂੰ ਸਾਰੇ ਜਿਹੜੇ ਕਬੱਡੀ ਵਾਲੇ ਸੀਗੇ ਜਾਂ ਜਿਹੜੇ ਹੋਰ ਲੋਕ ਸੀਗੇ ਬਾਹਰੋਂ ਫੋਰਨ ਤੋਂ ਲੋਕਾਂ ਨੇ ਉਹਨੂੰ ਮਦਦ ਦੇਣੀ ਸ਼ੁਰੂ ਕਰਤੀ, ਪੈਸੇ ਦੇਣੇ ਸ਼ੁਰੂ ਕਰਤੇ, ਉਹਦੇ ਗੀਤ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਕੋਈ ਬਹੁਤੀ ਜ਼ਿਆਦਾ ਉਹਦੇ 'ਚ ਜਦੋਜਹਿਦ ਨਹੀਂ ਹੈ, ਸਿਰਫ ਇੱਕ ਮੇਰੇ ਮਨ 'ਚ ਸੀਗੀ ਕਿ ਮੈਂ ਇਹਨੂੰ ਪ੍ਰਮੋਟ ਕਰਦਾ, ਸੋ ਮੈਂ ਇਹਨੂੰ ਪ੍ਰਮੋਟ ਕੀਤਾ। ਇੱਕ ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਮੁੰਡਾ ਉਹ ਕਹਿੰਦਾ ਜੀ ਮੈਨੂੰ ਵੀ ਤੁਸੀਂ ਵੀ ਉਹਨੂੰ ਕੀਤਾ ਸੀ, ਮੈਨੂੰ ਕੋਲ ਬੱਚੇ ਬਹੁਤ ਕਹਿੰਦੇ ਆ ਵੀ ਪਾ ਦਿਓ, ਸੋ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ, ਮੈਂ ਲਿਖ ਕੇ ਫਿਰ 4 ਸ਼ਬਦ ਪਾਤੀ। ਇਹ ਗੱਲ ਜੇ ਥੋੜ੍ਹੇ ਦਿਨਾਂ ਦੀ ਹੈ। ਸੋ ਉਹ ਹੜ੍ਹ ਜਦੋਂ ਆਏ ਸੀ ਪੰਜਾਬ ਦੇ ਵਿੱਚ, ਹੜ੍ਹਾਂ ਦੇ ਅੱਗੇ ਖੜ੍ਹ ਕੇ ਉਹਨੇ ਕਹਿਤਾ ਵੀ ਜਿਹੜੇ ਸੀਰੀ ਤੇ ਜੱਟ ਹੁੰਦੇ ਆ ਇਹਨਾਂ ਦੀ ਸਾਂਝ ਆ ਹੁੰਦੀ ਹੈ, ਤੇ ਉਹ ਕਹਿ ਰਿਹਾ ਜੱਟਾਂ ਨੂੰ ਵੀ ਜੱਟੋ ਤੁਸੀਂ ਘਬਰਾਓ ਨਾ, ਜਿਹੜੇ ਸੀਰੀ ਅਸੀਂ ਤੁਹਾਡੇ ਨਾਲ ਰੋਟੀ ਖਾਂਦੇ ਆ, ਜੇ ਤੁਹਾਡੀ ਕਣਕ ਨਹੀਂ ਦੀ ਤਾਂ ਸਾਨੂੰ ਕੌਣ ਦੇਊਗਾ। ਉਹ ਮੈਂ ਚੀਜ਼ ਭਾਵਕ ਵਾਲੀ ਚੀਜ਼ ਸੀ, ਮੈਂ ਲਿਖ ਕੇ ਉਹ ਪਾ ਦਿੱਤੀ। ਉਹ 18-19 ਲੱਖ ਵਿਊ ਉਹਦਾ ਹੋ ਗਿਆ। ਹੁਣ ਉਹ ਬੰਦਾ ਥੈਂਕਸਫੁਲ ਹੈ, ਕਹਿੰਦਾ ਜੀ ਤੁਸੀਂ, ਮੈਂ ਤਾਂ ਸਾਰੀ ਉਮਰ ਨਿਕਲ ਗਈ, ਇਹਨੇ ਪੁੱਛਿਆ ਨਹੀਂ, ਹੁਣ ਮੈਨੂੰ ਬਾਹਰੋਂ ਲੋਕੀ ਪੈਸੇ ਭੇਜਣ ਲੱਗ ਪਏ ਕਿ ਤੇਰੀ ਕੈਸਟ ਕਰਦੇ ਆ, ਤੇਰਾ ਗਾਣਾ ਰਿਕਾਰਡ ਕਰਦੇ ਆ। ਇਹ ਮੇਰੇ 'ਚ ਚਿੰਗ ਹੈ। ਕੋਈ ਕਲਾਕਾਰ ਕਿਸੇ ਕਲਾਕਾਰ ਦੀ ਪੋਸਟ ਆਪਦੀ ਵਾਲ 'ਤੇ ਨਹੀਂ ਪਾਉਂਦਾ, ਲੇਕਿਨ ਮੈਂ ਕਹਿੰਦਾ ਕਿ ਮੇਰਾ ਗਿਆ ਕੀ ਉਹਦੇ 'ਚ। ਪਰ ਮੈਂ ਜਦੋਂ ਮਿਲਦਾ ਤਾਂ ਉਹ ਲੋਕ ਮੈਨੂੰ ਵੀ, ਜਿੰਨੇ ਕਮੈਂਟ ਮੈਂ ਦੇਖਦਾ ਤਾਂ ਲੋਕੀ ਸਾਰੇ ਮੈਨੂੰ ਹੀ ਵਧਾਈਆਂ ਦੇ ਰਹੇ ਵੀ ਯਾਰ ਤੂੰ ਚੰਗਾ ਹੈ, ਜਿਹੜਾ ਬੰਦਾ ਲੋਕਾਂ ਦੀ ਹੈਲਪ ਕਰਦਾ। ਮੈਂ ਉਹਨੂੰ ਕੋਈ ਪੈਸਾ ਨਹੀਂ ਦਿੱਤਾ, ਮੈਂ ਉਹਦੇ ਲਈ ਕੁਝ ਨਹੀਂ ਕੀਤਾ, ਮੈਂ 10 ਮਿੰਟ ਕੱਢਿਆ ਤੇ ਮੈਂ ਉਹਨੂੰ ਪਾ ਦਿੱਤਾ। ਸੋ ਮੈਂ ਇੱਦਾਂ ਦਾ ਚਾਹੁੰਦਾ ਕਿ ਮੈਨੂੰ ਵੀ ਕਿਸੇ ਬੰਦੇ ਨੇ ਹੈਲਪ ਕੀਤੀ ਹੈ। ਜਿੱਥੇ ਮੈਂ ਕਮਰਸ਼ੀਅਲ ਗਾਉਣਾ, ਜਿੱਥੇ ਮੈਂ ਕਲੱਬਾਂ 'ਚ ਪੱਬਾਂ 'ਚ ਵੈਡਿੰਗ 'ਚ ਗਾਉਣਾ, ਉੱਥੇ ਮੈਂ ਜ਼ਿਮੀਂਦਾਰ ਦੀ ਗੱਲ ਵੀ ਕਰਦਾ, ਗਰੀਬ ਦੀ ਗੱਲ ਵੀ ਕਰਦਾ, ਨਸ਼ਿਆਂ ਦੀ ਗੱਲ ਵੀ ਕਰਦਾ, ਧੀਆਂ ਦੀ ਗੱਲ ਵੀ ਕਰਦਾ, ਭੈਣਾਂ ਦੀ ਗੱਲ ਵੀ ਕਰਦਾ। ਹੁਣੇ ਹੀ ਸੁਸਾਇਟੀ 'ਚ ਜਾ ਕੇ ਆਇਆ ਤੇ ਉੱਥੇ ਇੱਕ ਜੱਟ ਤੇ ਕਈ ਦੀ ਗੱਲ ਸੁਣਾ ਕੇ ਆਂਦੀ ਹੈ, ਤੇ ਉਹ ਜਿੰਨੇ ਲੋਕ ਅੱਗੇ ਬੈਠੇ ਸੀ ਉਹ ਸਾਰੇ ਲੋਕ ਭਾਵੁਕ ਹੋ ਗਏ ਕਿ ਇੱਕ ਜ਼ਿਮੀਂਦਾਰ ਤੇ ਜੱਟ ਤੇ ਕਈ, ਉਹ ਕਈ ਜਿਹੜੀ ਹੈ ਉਹਨੂੰ ਕੀ ਕਹਿ ਰਹੀ ਵੀ ਤੇਰੀ ਵੀ ਜਿਹੜੀ ਸਾਰੀ ਉਮਰ ਆਈ ਨਿਕਲ ਗਈ ਤੇ ਮੇਰੀ ਵੀ ਸਾਰੀ ਐ ਉਮਰ ਨਿਕਲ ਗਈ, ਪੱਲੇ ਤੇਰੇ ਵੀ ਕੁਛ ਨਹੀਂ ਪਿਆ, ਪੱਲੇ ਮੇਰੇ ਵੀ ਕੁਛ ਨਹੀਂ ਪਿਆ, ਮੈਂ ਵੀ ਖੁੰਡੀ ਹੋ ਗਈ ਹਾਂ। ਸੋ ਇਹ ਗੱਲਾਂ ਹੁੰਦੀਆਂ ਭਾਵੁਕ ਕਰਨ ਵਾਲੀਆਂ, ਲੋਕਾਂ ਦੇ ਵਿਰਸੇ ਨੂੰ ਗਾਉਣਾ ਜਾਂ ਖੇਤਾਂ ਦੀਆਂ ਗੱਲਾਂ ਕਰਨੀਆਂ, ਜ਼ਿਮੀਂਦਾਰ ਦੀ ਗੱਲ ਕਰਨੀ, ਮਜ਼ਦੂਰ ਦੀ ਗੱਲ ਕਰਨੀ, ਹੈ ਨਾ। ਸੋ ਉਹ ਮੈਂ ਕਰਦਾ। ਮੈਂ ਆਪਣਾ ਫਰਜ਼ ਸਮਝਦਾ ਵੀ ਪ੍ਰਮਾਤਮਾ ਨੇ ਮੈਨੂੰ ਜਿੱਥੇ ਵੀ ਰੱਬ ਲੈ ਕੇ ਜਾਂਦਾ ਤੇ ਉਹ ਸੁਸਾਇਟੀ ਲਈ ਮੈਂ ਕੁਝ ਨਾ ਕੁਝ ਐਕਸਟਰਾ ਆਰਡੀਨਰੀ ਵੀ ਕਰਾਂ, ਕਮਰਸ਼ੀਅਲ ਤੋਂ ਹਟ ਕੇ ਵੀ ਮੈਂ ਕਰਾਂ। ਤਾਂ ਇਹ ਮੇਰਾ ਸ਼ੌਕ ਹੈ। ਸੋ ਬੱਚੇ ਵੀ ਸਿੱਖਦੇ ਆ ਔਰ ਇੱਦਾਂ ਮੈਂ ਲੋਕਾਂ ਦੀ ਹੈਲਪ ਵੀ ਕਰਦਾ। ਸਿੱਧੂ ਸਾਹਿਬ, ਜਿੰਨਾ ਚਿਰ ਤੁਹਾਨੂੰ ਸਿੰਗਿੰਗ ਕਰਦਿਆਂ ਨੂੰ ਹੋਇਆ, ਬਹੁਤ ਤੁਸੀਂ ਉਹ ਦਿਨ ਵੀ ਦੇਖੇ ਨੇ, ਸੰਘਰਸ਼ ਦੇ ਦਿਨ ਵੀ ਵੇਖੇ ਨੇ, ਅੱਜ ਦਾ ਦਿਨ ਵੀ ਤੁਸੀਂ ਦੇਖ ਰਹੇ ਹੋ। ਆਪਣੇ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਦੇ ਹਾਂ ਕਿ ਸਿੱਧੂ ਸਾਹਿਬ ਏ ਕਲਾਸ ਸਿੰਗਰ ਨੇ। ਏ ਕਲਾਸ ਸਿੰਗਰ ਹੋਣਾ ਬਹੁਤ ਹੀ ਮਾਣਮੱਤੀ ਗੱਲ ਹੈ, ਬਹੁਤ ਉੱਚ ਪਾਏ ਦੀ ਗੱਲ ਹੈ। ਹਾਰੀ ਸਾਰੀ ਏ ਕਲਾਸ ਸਿੰਗਰ ਨਹੀਂ ਬਣ ਸਕਦਾ। ਸਿੱਧੂ ਸਾਹਿਬ ਤੁਹਾਨੂੰ ਮਾਣ ਹਾਸਲ ਹੈ। ਵਿਵਧ ਭਾਰਤ ਦੀ ਉੱਪਰ ਕਿਸੇ ਪੰਜਾਬੀ ਜਿਹੜਾ ਸਿੰਗਰ ਹੈ ਉਹਦੀ ਸ਼ਾਇਦ ਇੰਟਰਵਿਊ ਆਈ ਹੋਊਗੀ, ਤੁਹਾਡੀ ਆਈ ਹੈ, ਵਧਾਈ ਹੈ ਇਸ ਗੱਲ ਦੀ। ਥੈਂਕ ਯੂ ਸਰ, ਥੈਂਕ ਯੂ, ਮਿਹਰਬਾਨੀ ਜੀ। ਬਸ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਸਾਡੇ ਸਰੋਤੇ ਤੇ ਗੁਰੂ ਮੇਰੇ ਦੀ ਕਿਰਪਾ ਹੈਗੀ ਹੈ। ਉਹ ਗੁਰੂ ਜੀ ਨੇ ਮੈਨੂੰ ਪੈਦਾ ਕੀਤਾ ਤੇ ਉਹ ਗੁਰੂ ਜੀ ਨੇ ਮੈਨੂੰ ਸਿਖਾਇਆ। ਇਹਨਾਂ ਸਾਰਿਆਂ ਦਾ ਸਹਿਯੋਗ ਹੈ, ਇਸ ਕਰਕੇ ਮਤਲਬ ਮੈਂ ਜਿੱਥੇ ਵੀ ਜਾਂਦਾ ਲੋਕ ਪਿਆਰ ਕਰਦੇ ਆ। ਸਿੱਧੂ ਸਾਹਿਬ, ਤੁਸੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਸਿਖਾ ਰਹੇ ਹੋ ਲੋਕਾਂ ਨੂੰ, ਆਨਲਾਈਨ ਹੁਣ ਸਿਖਾ ਰਹੇ ਹੋ। ਪਹਿਲਾਂ ਤਾਂ ਫੋਨ ਵੀ ਨਹੀਂ ਸੀ ਹੁੰਦੇ, ਹੁਣ ਸੋਸ਼ਲ ਮੀਡੀਆ ਇੰਨਾ ਜ਼ਬਰਦਸਤ ਹੈ ਕਿ ਤੁਸੀਂ ਘਰ ਬੈਠੇ ਹੀ ਚਾਰੇ ਪਾਸੇ ਆਪਣਾ ਜਿਹੜਾ ਗਿਆਨ ਹੈ ਉਹ ਵੰਡ ਸਕਦੇ ਹੋ। ਅੱਜ ਕੱਲ੍ਹ ਕਿੱਥੇ ਡੇਰੇ ਲਾਏ ਹੋਏ ਨੇ? ਡੇਰਿਆਂ ਦੀ ਗੱਲ ਤਾਂ ਨਾ ਹੀ ਪੁੱਛੋ ਤੁਸੀਂ। ਉਹ ਜਿਵੇਂ ਕਹਿੰਦੇ ਨਾ ਵੀ ਆਪਾਂ ਤਾਂ ਹੁਣ ਉਹ ਕੀ ਕਹਿੰਦੇ ਹੁੰਦੇ ਆ, ਗੱਡੀਆਂ ਵਾਲੇ ਬਣ ਗਏ। ਬਈ ਪਹਿਲਾਂ ਟਹਿਣੇ ਰਹਿੰਦੇ ਸੀ, ਫਿਰ ਜਲੰਧਰ ਚਲੇ ਗਏ, ਫਿਰ ਚੰਡੀਗੜ੍ਹ ਚਲੇ ਗਏ, ਚੰਡੀਗੜ੍ਹ ਤੋਂ ਬਾਅਦ ਫਿਰ ਟਹਿਣੇ ਚਲੇ ਗਏ। ਅਜੇ ਟਹਿਣੇ ਜਾ ਕੇ ਇੱਕ ਵੱਡਾ ਜਿਹਾ ਸੋਚਿਆ ਵੀ ਚਲੋ ਹੁਣ ਆਸ਼ੀਆਨਾ ਬਣਾਈਏ ਤੇ ਜਿਹਦੇ 'ਚ ਪਸ਼ੂ ਪੰਛੀ ਉਹ ਵੀ ਸਾਡੇ ਨਾਲ ਹੱਸਣ ਖੇਡਣ। ਤੇ ਉਦੋਂ ਬਾਅਦ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਵਿਆਹ ਹੋ ਗਏ ਇੰਗਲੈਂਡ ਦੇ ਵਿੱਚ, ਬੱਚੇ ਇੰਗਲੈਂਡ ਚਲੇ ਗਏ। ਬੱਚਿਆਂ ਨੇ ਸਾਨੂੰ ਵੀ ਇੰਗਲੈਂਡ, ਕਿਉਂਕਿ ਬੱਚਿਆਂ ਕੋਲ ਜਾਣਾ ਪੈਣਾ, ਹੁਣ ਮਤਲਬ ਪੁੱਤ ਪੋਤਰਿਆਂ ਵਾਲੇ ਹੋ ਗਏ ਆ। ਸੋ ਹੁਣ ਜ਼ਿਆਦਾ ਸਮਾਂ ਜਿਹੜਾ ਐਂ ਕਹਿ ਲਓ ਵੀ ਇੰਗਲੈਂਡ 'ਚ ਰਹਿਣਾ ਪੈਂਦਾ, ਪਰ ਫਿਰ ਵੀ ਮਤਲਬ ਸ਼ੋਅ ਕਰਨ ਵਾਸਤੇ ਜਾਣਾ ਪੈਂਦਾ। ਹਰ ਜਗ੍ਹਾ 'ਤੇ ਜਾਈਦਾ, ਕੈਨੇਡਾ ਵੀ ਹੈ, ਅਮਰੀਕਾ ਵੀ, ਆਸਟ੍ਰੇਲੀਆ ਵੀ, ਯੂਰਪ ਵੀ, ਹਰ ਜਗ੍ਹਾ 'ਤੇ ਜਿੱਥੇ ਵੀ ਕੋਈ ਬੁਲਾਉਂਦਾ ਉਹ ਜਗ੍ਹਾ 'ਤੇ ਜਾਂਦੇ ਆ। ਸੋ ਹੁਣ ਜ਼ਿਆਦਾ ਜਿਹੜਾ ਪਰਿਵਾਰ ਆ ਉਹ ਸਾਰਾ ਇੰਗਲੈਂਡ ਦੇ ਵਿੱਚ ਸੈਟਲ ਹੈ ਤੇ ਮੈਂ ਵੀ ਉੱਥੇ ਇੰਗਲੈਂਡ ਵਿੱਚ ਸੈਟਲਡ ਹੈ। ਠੀਕ ਹੈ ਜੀ। ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚੋਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ। ਹਾਂਜੀ, ਬਹੁਤ ਸਾਰੇ ਗਾਣੇ ਰਿਲੀਜ਼ ਹੋਣ ਵਾਲੇ ਹੈ, ਜਿਨ੍ਹਾਂ ਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਵੀ ਇੱਕ ਫਿਲਮ ਜਿਹੜੀ ਹੈਗੀ ਹੈ ਤੇਰੀ ਮੇਰੀਆਂ ਹੈਰਾ ਫੇਰੀਆਂ, ਉਹਦੇ 'ਚ ਬਹੁਤ ਵੱਡਾ ਟਰੈਕ ਹੈਗਾ, ਉਹ ਮਾਰਕੀਟ 'ਚ ਆਉਣ ਲੱਗਾ। ਅਤੇ ਅਮਨ ਹੇਰ ਅੰਗਰੇਜ਼ ਅਲੀ ਦੇ ਨਾਲ ਇੱਕ ਗਾਣਾ ਬਹੁਤ ਵੱਡਾ ਜਿਹੜਾ ਹੈਗਾ ਜਿਹਨੂੰ ਲੋਕ ਬਹੁਤ ਪਿਆਰ ਕਰਨਗੇ। DJ ਡਿਪਸ ਨਾਲ ਇੱਕ ਗਾਣਾ ਹੈ, ਬਾਈ ਲਾਡੀ ਸੂਸਾਂ ਵਾਲਾ, ਉਹਨਾਂ ਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਹੈ ਜੱਟ ਜਿਗਰਾ ਤੇ ਯਾਰੀ। ਉਹ ਗੀਤ
ਰਿਕਾਰਡ ਹੋ ਚੁੱਕਿਆ, ਜਿਹਦੀ ਸ਼ੂਟਿੰਗ ਜਿਹੜੀ ਹੈ ਕਰਨ ਵਾਸਤੇ ਇੰਡੀਆ ਚੱਲੇ ਹਾਂ ਹੁਣ ਅਸੀਂ, ਤੇ ਉਹ ਗਾਣਾ ਵੀ ਮਾਰਕੀਟ 'ਚ ਆ ਰਿਹਾ। ਬਾਕੀ ਹੋਰ ਕਾਫੀ ਸੂਫੀ ਟਰੈਕ, ਗੁਰਬਾਣੀ ਦੇ ਟਰੈਕ, ਟ੍ਰੈਡੀਸ਼ਨਲ ਮਿਊਜ਼ਿਕ ਜਿਹੜਾ ਫੋਕ ਜਿਹਨੂੰ ਆਪਾਂ ਕਹਿ ਦਈਏ, ਜਿਹੜਾ ਬਹੁਤ ਘੱਟ ਰਿਕਾਰਡ ਕਮਰਸ਼ੀਅਲ ਤੌਰ ਤੇ ਹੋਇਆ, ਤੇ ਹੁਣ ਵਾਰੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਫੋਕ ਜਿਹੜਾ ਪੁਰਾਣਾ, ਜਿਵੇਂ ਢੱਡ ਸਰੰਗੀ ਤੇ ਹੁੰਦਾ ਸੀ, ਅਲਗੋਜ਼ਿਆਂ ਤੇ ਹੁੰਦਾ ਸੀਗਾ, ਆਪਣੀ ਆਵਾਜ਼ ਦੇ ਵਿੱਚ ਵੀ, ਤੇ ਹੋਰ ਵੀ ਜਿਹੜੇ ਪੁਰਾਣੇ ਕਲਾਕਾਰ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਉਸ ਸੰਗੀਤ ਨੂੰ ਰਿਕਾਰਡ ਕਰਨਾ, ਤਾਂ ਕਿ ਉਹ ਅਲੋਪ ਹੋ ਚੁੱਕਿਆ ਸੰਗੀਤ ਜਿਹੜਾ ਨਾ ਉਹ ਅੱਛੇ ਤਰੀਕੇ ਨਾਲ ਲੋਕਾਂ ਸਾਹਮਣੇ ਲੈ ਕੇ ਆਈਏ। ਕਿਉਂਕਿ ਪੁਰਾਣੇ ਜਿਹੜੇ ਰਿਕਾਰਡ ਹੈ, ਪਹਿਲੀ ਗੱਲ ਤਾਂ ਰਿਕਾਰਡ ਬਹੁਤ ਘੱਟ ਮਿਲਦੇ ਆ, ਜੇ ਰਿਕਾਰਡ ਹੈਗੇ ਵੀ ਹੈ ਤੇ ਉਹਨਾਂ ਦੇ ਵਿੱਚ ਉਹ ਨੋਇਜ਼ ਜਿਹੜੀ ਆਉਂਦੀ ਹੈ, ਜਿਹੜੀ ਸ਼ਾਨ ਦੀ ਆਵਾਜ਼ ਆਉਂਦੀ ਹੈ, ਉਹ ਅੱਜ ਦੇ ਬੱਚੇ ਜਿਹੜੇ ਉਹ ਸਮਝਦੇ ਆ ਸ਼ਾਇਦ, ਕਿਉਂਕਿ ਅੱਜ ਕੱਲ੍ਹ ਮਿਊਜ਼ਿਕ ਕਲੈਰਿਟੀ ਬਹੁਤ ਜ਼ਿਆਦਾ ਆ ਗਈ ਹੈ, ਉਹ ਬੱਚੇ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ। ਸੋ ਉਸ ਚੀਜ਼ ਨੂੰ ਰੀ ਰਿਕਾਰਡ ਕਰਕੇ, ਨਵੇਂ ਤਰੀਕੇ ਨਾਲ ਰਿਕਾਰਡ ਕਰਕੇ, ਲੇਕਿਨ ਉਹਨਾਂ ਸਾਜ਼ਾਂ 'ਤੇ ਉਸੇ ਹੀ ਸੋਜ਼ ਦੇ ਵਿੱਚ, ਉਸੇ ਸਾਜ਼ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਜਿਹੜਾ ਪੰਜਾਬੀ ਸੰਗੀਤ ਹੈ, ਸੱਚਾ ਅਤੇ ਸੁੱਚਾ ਸੰਗੀਤ ਹੈ, ਉਹਨੂੰ ਮਾਰਕੀਟ 'ਚ ਲੈ ਕੇ ਆਵਾਂਗੇ। ਬਾਕੀ ਤੇ ਕਰੇ ਕਰਾਵੇ ਆਪੇ ਆਪ, ਮਾਨੂਕੀ ਕਸ਼ਨਾਈਆਤ, ਬਹੁਤ ਕੁਛ ਆਪ ਸੋਚ ਰਹੇ ਹਾਂ, ਬਹੁਤ ਕੁਛ ਮਾਲਕ ਦੇਈ ਜਾਂਦਾ, ਰਾਤੋਂ ਰਾਤ ਦਿਮਾਗ 'ਚ ਗੱਲ ਆ ਜਾਂਦੀ ਹੈ ਵੀ ਆਹ ਵੀ ਗੱਲ ਕਰਨੀ ਹੈ, ਤੇ ਬਸ ਅਗਲੇ ਦਿਨ ਕਰ ਦੇਈਦੀ ਹੈ, ਕਿਉਂਕਿ ਕਿਤੇ ਜਾਣਾ ਨਹੀਂ, ਆਪ ਹੀ ਮਿਊਜ਼ਿਕ ਕਰਨਾ ਹੈ, ਆਪ ਹੀ ਲਿਖਣਾ ਹੈ, ਆਪ ਹੀ ਗਾਉਣਾ ਹੈ, ਆਪ ਹੀ ਕੰਪੋਜ਼ ਕਰਨਾ ਹੈ, ਤੇ ਕੰਪਨੀ ਵੀ ਆਪਦੀ ਹੈ ਜਿਹਦੇ 'ਚ ਆਪਾਂ ਹਿੱਟ ਮੇਕਰ ਰਿਕਾਰਡਸ ਕੰਪਨੀ ਹੈ ਮੇਰੀ, ਬੜੇ ਚਿਰ ਤੋਂ, ਜਿਹਦੇ 'ਚ ਬੜੇ ਵੱਡੇ ਵੱਡੇ ਆਰਟਿਸਟਾਂ ਦੇ ਗਾਣੇ ਕਰਦੇ ਹਾਂ। ਤੁਹਾਡਾ ਭਾਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਮੇਰੇ ਸਰੋਤਿਆਂ ਦੇ ਨਾਲ ਜਿਹੜੀ ਮੇਰੀ ਸਾਂਝ ਪਾਈ ਹੈ, ਸ਼ੁਕਰੀਆ। ਸਿੱਧੂ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਆਏ, ਸਮਾਂ ਕੱਢ ਕੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਹੋ ਮਿਰਜ਼ਿਆ ਹੋ ਜੱਟ ਚੜਦੇ ਮਿਰਜ਼ੇ ਖਾਨ ਨੂੰ, ਹੋ ਵੱਡੀ ਭਾਬੀ ਲੈਂਦੀ ਥੰਮ, ਜੱਟ ਚੜਦੇ ਮਿਰਜ਼ੇ ਖਾਨ ਨੂੰ, ਹੋ ਵੱਡੀ ਭਾਬੀ ਲੈਂਦੀ ਥੰਮ, ਵੇ ਮੈਂ ਕਦੇ ਨਾ ਦਿਓਰ ਵੰਗਾਰਿਆ, ਵੇ ਤੂੰ ਕਦੇ ਨਾ ਆਇਓ ਕੰਮ, ਵੇ ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ, ਚੱਲਿਆ ਵਿਆਹ ਕਰਵਾਉਣ ਨੂੰ, ਹੋ ਮੇਰੇ ਪੇਕੇ ਲੈ ਚੱਲ ਜੰਨ, ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ, ਹੋ ਜੱਟਾ ਰੂਪ ਜੱਟੀ ਦਾ ਧਨ ਓਏ, ਹੋ ਵੇ ਮਿਰਜ਼ਿਆ।